ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉੱਗੇ ਸਿੱਖ ਵਿਦਵਾਨ ਪ੍ਰੋਫੈਸਰ ਸੁਖਦਿਆਲ ਸਿੰਘ ਮੌਜੂਦ ਨੇ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਧੰਨਵਾਦ ਜੀ, ਬਹੁਤ ਬਹੁਤ ਸੁਖਵਿੰਦਰ। ਬਹੁਤ ਸ਼ੁਕਰੀਆ ਜੀ ਪ੍ਰੋਫੈਸਰ ਸਾਹਿਬ। ਸਭ ਤੋਂ ਪਹਿਲਾਂ ਜਿਹੜੀ ਚਰਚਾ ਪੂਰੇ ਮੁਲਕ ਭਰ ਦੇ ਵਿੱਚ ਚੱਲ ਰਹੀ ਆ, ਦੇਸ਼ ਦੀ ਆਜ਼ਾਦੀ ਦਾ 75ਵਾਂ ਦਿਹਾੜਾ ਮਨਾਇਆ ਗਿਆ। ਕੋਈ ਪੰਜਾਬ ਦੇ ਸੰਦਰਭ ਦੇ ਵਿੱਚ ਸਵਾਲ ਕਰਦਾ ਹੈ ਕਿ ਪੰਜਾਬ ਨੂੰ ਵੰਡ ਦਿੱਤਾ ਗਿਆ, ਪੰਜਾਬ ਦੇ ਟੋਟੇ ਹੋਏ ਨੇ। ਕੋਈ ਮੁਲਕ ਪੱਧਰ ਦੇ ਉੱਤੇ ਗੱਲਬਾਤ ਕਰਦਾ ਹੈ ਕਿ ਹਿੰਦੁਸਤਾਨ ਵੱਖਰਾ ਹੋਇਆ ਤੇ ਪਾਕਿਸਤਾਨ ਵੱਖਰਾ ਬਣਾਇਆ ਗਿਆ। ਬਹੁਤ ਸਵਾਲ ਜਿਹੜੇ ਇਹਦੇ ਇਰਦ ਗਿਰਦ ਘੁੰਮਦੇ ਨੇ। ਮੈਂ ਪਹਿਲਾ ਸਵਾਲ ਇੱਥੋਂ ਸ਼ੁਰੂ ਕਰਾਂ, ਜਿਹੜਾ ਮੇਰੇ ਖਿਆਲ ਦੇ ਵਿੱਚ ਬਹੁਤੇ ਲੋਕਾਂ ਨੂੰ ਇਹਦਾ ਜਵਾਬ ਜਿਹੜਾ ਉਹ ਨਹੀਂ ਪਤਾ ਹੋਣਾ। ਇਸੇ ਲਈ ਸ਼ੁਰੂਆਤ ਇੱਥੋਂ ਕਿ ਕਤਲੇਆਮ ਜਦੋਂ ਹੁੰਦਾ, ਸਮੂਹਿਕ ਅਰਦਾਸ ਹੋਈ ਹੈ ਸ੍ਰੀ ਅਕਾਲ ਤਖਤ ਸਾਹਿਬ ਤੇ ਜ਼ਰੂਰੀ ਹੋ ਜਾਂਦਾ ਹੈ ਕਿ ਉਹਦੇ ਉੱਤੇ, ਇਤਿਹਾਸ ਦੇ ਉੱਤੇ ਨਜ਼ਰ ਮਾਰੀ ਜਾਏ ਕਿ ਆਖਿਰਕਾਰ ਜਿਹੜਾ ਦੋਹਾਂ ਮੁਲਕਾਂ ਦੇ ਵਿਚਾਲੇ ਵੰਡ ਦੇ ਦੌਰਾਨ ਜਿਹੜਾ ਕਤਲੇਆਮ ਹੋਇਆ ਉਹ ਕਿੱਧਰੋਂ ਸ਼ੁਰੂ ਹੋਇਆ। ਮਤਲਬ ਸ਼ੁਰੂਆਤ ਕਿਸਨੇ ਕੀਤੀ? ਭਾਰਤ ਵਾਲੇ ਪਾਸਿਓਂ ਹੋਈ ਜਾਂ ਉਧਰੋਂ ਪਾਕਿਸਤਾਨ ਵਾਲੇ ਪਾਸਿਓਂ ਹੋਈ? ਉਹ ਕੌਣ ਲੋਕ ਸੀ, ਕਿਹਦੇ ਉਕਸਾਏ ਗਏ ਸੀ? ਜੀ ਸੁਖਵਿੰਦਰ, ਤੁਹਾਡਾ ਕੁਐਸਚਨ ਇਹ ਬਹੁਤ ਵਧੀਆ ਹੈ। 75 ਸਾਲ ਹੋ ਗਏ, ਮਤਲਬ ਇਹ ਮਤਲਬ 1947 ਤੋਂ ਪਿੱਛੋਂ ਜੋ ਟਰਾਂਸਫਰ ਆਫ ਪਾਵਰ ਹੋਈ ਹੈ, ਮੈਂ ਇਹਨੂੰ ਆਜ਼ਾਦੀ ਨਹੀਂ ਕਹਿੰਦਾ, ਇਹ ਟਰਾਂਸਫਰ ਆਫ ਪਾਵਰ ਹੈ। ਸੱਤਾ ਦੀ ਤਬਦੀਲੀ ਹੈ ਇਹ। ਵੰਡ ਜੇ ਹੋਈ ਹੈ, ਆਪਾਂ ਨੇ ਪਹਿਲਾਂ ਵੀ ਗੱਲ ਕੀਤੀ ਸੀ, ਵੰਡ ਤਾਂ ਪੰਜਾਬ ਦੀ ਹੋਈ ਹੈ। ਵੰਡ ਤਾਂ ਪੰਜਾਬ ਦੀ ਹੋਈ ਹੈ, ਹਿੰਦੁਸਤਾਨ ਦੀ ਵੰਡ ਨਹੀਂ ਹੋਈ ਤੇ ਜਾਂ ਬੰਗਾਲ ਦੀ ਵੰਡ ਹੋਈ ਹੈ। ਤੁਸੀਂ ਹੁਣ ਜਿਹੜਾ ਕੁਐਸਚਨ ਕੀਤਾ ਹੈ ਕਿ ਇਹਦੀ ਕਤਲੇਆਮ ਦੀ ਸ਼ੁਰੂਆਤ ਕਿਹੜੇ ਪਾਸਿਓਂ ਪਹਿਲਾਂ ਹੋਈ, ਇਹ ਗੱਲ ਵਿਚਾਰਨ ਵਾਲੀ ਹੈ। ਵੈਸੇ ਇਸ ਗੱਲ ਨੂੰ ਅਜੇ ਤੱਕ ਵਿਚਾਰਿਆ ਨਹੀਂ ਗਿਆ। ਗੱਲ ਬੜੀ ਕਲੀਅਰ ਹੈ, ਇਹਦੇ ਵਿੱਚ ਕੋਈ ਭੰਬਲ ਭੂਸੇ ਵਾਲੀ ਗੱਲ ਨਹੀਂ ਹੈਗੀ, ਕੋਈ ਵਿਵਾਦ ਵਾਲੀ ਗੱਲ ਨਹੀਂ ਹੈਗੀ ਕਿ ਕਤਲੇਆਮ ਕਿੱਧਰੋਂ ਸ਼ੁਰੂ ਹੋਇਆ ਸੀ। ਸੁਖਵਿੰਦਰ, ਯਾਦ ਕਰੋ 16 ਅਗਸਤ 1946, ਅੱਜ 17 ਅਗਸਤ ਹੈ। 16 ਅਗਸਤ 1946 ਨੂੰ ਇੱਕ ਸਾਲ ਪਹਿਲਾਂ, ਮਤਲਬ 1947 ਤੋਂ ਇੱਕ ਸਾਲ ਪਹਿਲਾਂ, ਮੁਸਲਿਮ ਲੀਗ ਨੇ ਧਮਕੀ ਦਿੱਤੀ ਸੀ ਕਿ ਅਗਰ ਪਾਕਿਸਤਾਨ ਨੂੰ ਵੰਡਣ ਤੋਂ ਰੋਕਿਆ ਗਿਆ ਅਸੀਂ ਡਾਇਰੈਕਟ ਐਕਸ਼ਨ ਕਰਾਂਗੇ। 16 ਅਗਸਤ ਨੂੰ ਤੇ 16 ਅਗਸਤ ਨੂੰ 1946 ਨੂੰ ਮੁਸਲਿਮ ਲੀਗ ਨੇ ਕਲਕੱਤੇ ਵਿੱਚ ਉਹ ਡਾਇਰੈਕਟ ਐਕਸ਼ਨ ਕਰਤਾ। ਇੱਕੋ ਦਿਨ ਵਿੱਚ 16 ਅਗਸਤ ਨੂੰ ਕਲਕੱਤੇ ਦੇ ਵਿੱਚ 5000 ਹਿੰਦੂ ਮਾਰਿਆ ਗਿਆ। 5000। ਇਮੈਜਿਨ ਕਰੋ, ਅਜੇ ਦੇਸ਼ ਦੀ ਵੰਡ ਨਹੀਂ ਹੋਈ, ਪੰਜਾਬ ਦੀ ਵੰਡ ਨਹੀਂ ਹੋਈ, ਨਾ ਬੰਗਾਲ ਦੀ ਵੰਡ ਹੋਈ ਹੈ, ਨਾ ਅਜੇ ਸੱਤਾ ਦਾ ਤਬਾਦਲਾ ਹੋਇਆ, ਲੇਕਿਨ ਮੁਸਲਿਮ ਲੀਗ ਨੇ ਇੱਕ ਸਾਲ ਪਹਿਲਾਂ ਹੀ ਦੇਸ਼ ਦੇ ਵਿੱਚ ਕਲਕੱਤੇ 'ਚ ਡਾਇਰੈਕਟ ਐਕਸ਼ਨ ਕਰਕੇ ਲੋਕਾਂ ਨੂੰ ਦਿਖਾ ਦਿੱਤਾ ਸੀ ਕਿ ਉਹਨਾਂ ਦੀ ਅਸਲੀ ਮਨਸ਼ਾ ਕੀ ਹੈ। 5000 ਹਿੰਦੂ ਕਲਕੱਤੇ ਦੇ ਵਿੱਚ ਇੱਕੋ ਦਿਨ 'ਚ ਮਾਰ ਦਿੱਤਾ ਗਿਆ ਸੀ। ਹਾਂ, ਇਹਦਾ ਦੂਜਾ ਪੱਖ ਇਹ ਸੀ ਕਿ ਇਹਨਾਂ ਫਸਾਦਾਂ ਦੇ ਵਿੱਚ, ਜਿਹੜੇ ਇਹ ਇੱਕ ਦਿਨ ਦੇ ਫਸਾਦ ਸਨ ਡਾਇਰੈਕਟ ਐਕਸ਼ਨ ਦੇ, ਸਿੱਖਾਂ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਸੀ ਕਲਕੱਤੇ 'ਚ। ਉਹਨਾਂ ਨੇ ਦੋਨਾਂ ਫਿਰਕਿਆਂ ਨੂੰ, ਹਿੰਦੂਆਂ ਨੂੰ ਤੇ ਮੁਸਲਮਾਨਾਂ ਨੂੰ ਅਲੱਗ-ਅਲੱਗ ਕਰਨ 'ਚ ਤੇ ਟਿਕਾਉਣ 'ਚ, ਕਤਲੇਆਮ ਰੋਕਣ ਦੇ ਵਿੱਚ ਬੜਾ ਤਕੜਾ ਉਸਾਰੂ ਰੋਲ ਅਦਾ ਕੀਤਾ ਸੀ ਸਿੱਖਾਂ ਨੇ। ਤੇ ਇਸ ਕਰਕੇ ਜਿਹੜਾ ਤੁਸੀਂ ਕਿਹਾ ਕਿ ਇਹਦਾ ਕਤਲੇਆਮ ਦਾ ਸ਼ੁਰੂਆਤ ਕਿੱਧਰੋਂ ਹੋਈ, ਇਹ ਭਾਈ ਸੁਖਵਿੰਦਰ, ਇਹ ਇੱਕ ਕਲੀਅਰ ਕੱਟ ਗੱਲ ਹੈ। ਇਹਦਾ ਇੱਕ ਸਾਲ ਪਹਿਲਾਂ ਦੀ ਗੱਲ ਹੈ ਇਹ, ਤੇ ਇਹ ਗੱਲ ਸ਼ੁਰੂਆਤ ਹੋਈ ਹੈ ਮੁਸਲਿਮ ਲੀਗ ਵੱਲੋਂ, ਜਿਹਨੇ 16 ਅਗਸਤ 1946 ਨੂੰ ਡਾਇਰੈਕਟ ਐਕਸ਼ਨ ਕਰਕੇ ਬ੍ਰਿਟਿਸ਼ ਗੌਰਮੈਂਟ ਨੂੰ ਵੀ, ਇੰਡੀਅਨ ਨੈਸ਼ਨਲ ਕਾਂਗਰਸ ਨੂੰ ਵੀ, ਹੋਰ ਇੰਡੀਅਨ ਲੋਕਾਂ ਨੂੰ ਵੀ ਇਹ ਕਲੀਅਰ ਕਰ ਦਿੱਤਾ ਸੀ ਅਗਰ ਪਾਕਿਸਤਾਨ ਨੂੰ ਇਗਨੋਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਅਸੀਂ ਇਸੇ ਤਰ੍ਹਾਂ ਦਾ ਡਾਇਰੈਕਟ ਐਕਸ਼ਨ ਕਰਾਂਗੇ। ਇਹ ਪਹਿਲੀ ਗੱਲ। ਅਗਲੀ ਗੱਲ, 3 ਮਾਰਚ 1947 ਦੀ ਗੱਲ ਹੈ। 3 ਮਾਰਚ ਡੇਟਾ, ਮੈਂ ਡੇਟਾ ਦੀ ਬਹੁਤ ਇਹਦੇ 'ਚ ਇੰਪੋਰਟੈਂਸ ਹੈ, ਡੇਟਾ ਦੀ।
ਤਾਂ ਹੀ ਪਤਾ ਲੱਗੂਗਾ ਕਿ ਸ਼ੁਰੂਆਤ ਕਿੱਧਰੋਂ ਹੋਈ। ਬਿਲਕੁਲ ਜੀ, ਬਿਲकुल। ਲਾਹੌਰ ਦੇ ਵਿੱਚ ਕਿਉਂਕਿ ਜਿਹੜੀ ਸਰਕਾਰ ਸੀ ਰਲੀ ਮਿਲੀ ਯੂਨੀਅਨਿਸਟ ਪਾਰਟੀ ਦੀ, ਸਰ ਖਿਆਤ ਹਿਜਰ ਖਾਨ ਉਦੋਂ ਮੁੱਖ ਮੰਤਰੀ ਸੀ, ਹਯਾਤ ਖਿਜਰ ਖਾਨ ਟਿਵਾਣਾ, ਇਹਨੇ ਅਸਤੀਫਾ ਦੇ ਦਿੱਤਾ ਸੀ ਪੰਜਾਬ ਦੇ ਮੁੱਖ ਪ੍ਰੀਮੀਅਰਸ਼ਿਪ ਤੋਂ, ਤੇ ਅਸਤੀਫਾ ਦੇ ਦਿੱਤਾ ਤੇ ਗੱਲ ਮਤਲਬ ਇੱਕ ਖਤਮ ਹੋ ਗਈ। ਪਹਿਲੀ ਗਵਰਨਮੈਂਟ ਯੂਨੀਅਨਿਸਟ ਪਾਰਟੀ ਦੀ, ਕਾਂਗਰਸ ਵੀ ਉਹਨੂੰ ਸਪੋਰਟ ਕਰਦੀ ਸੀ, ਅਕਾਲੀ ਵੀ ਸਪੋਰਟ ਕਰਦੇ ਸੀ ਉਹਨੂੰ, ਉਹ ਅਸਤੀਫਾ ਦੇ ਗਿਆ ਤੇ ਸਰਕਾਰ ਖਤਮ ਹੋ ਗਈ। ਹੁਣ ਖਿਜਰ ਹਯਾਤ ਖਾਨ ਤੋਂ ਪਿੱਛੋਂ ਜਿਨਾਹ ਮੁਸਲਿਮ ਲੀਗ ਦੀ ਸਰਕਾਰ ਬਣਾਉਣੀ ਚਾਹੁੰਦਾ ਸੀ। ਮੁਸਲਿਮ ਲੀਗ ਕੋਲੇ 7-8 ਮੈਂਬਰਾਂ ਦੀ ਘਾਟ ਸੀ ਪੂਰਨ ਬਹੁਮਤ ਪੰਜਾਬ ਅਸੈਂਬਲੀ ਦੇ ਵਿੱਚ ਪ੍ਰਾਪਤ ਕਰਨ ਲਈ, ਤੇ ਜਿਨਾਹ ਨੇ ਚਾਹਿਆ ਕਿ ਜੇ ਅਕਾਲੀ ਦਲ ਦੇ ਮੈਂਬਰ, ਇਹਦੇ 23-24 ਮੈਂਬਰ ਸਨ ਅਕਾਲੀ ਦਲ ਦੇ, ਕਿ ਅਗਰ ਉਹ ਮੁਸਲਿਮ ਲੀਗ ਦੀ ਸਰਕਾਰ, ਮੁਸਲਿਮ ਲੀਗ ਨੂੰ ਇਹ ਸਪੋਰਟ ਕਰਨ ਤਾਂ ਮੁਸਲਿਮ ਲੀਗ ਦੀ ਸਰਕਾਰ ਬਣ ਸਕਦੀ ਹੈ। ਲੇਕਿਨ ਅਕਾਲੀ ਜਿਹੜੇ ਮੈਂਬਰ ਸਨ, ਅਕਾਲੀ ਦਲ ਸੀ, ਇਹ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਭਾਵ ਥੱਲੇ ਸੀ। ਮਾਸਟਰ ਤਾਰਾ ਸਿੰਘ ਉਦੋਂ ਆਲ ਇਨ ਆਲ ਸਨ ਅਕਾਲੀ ਦਲ ਦੇ, ਤੇ ਇਹਨਾਂ ਨੇ ਉਹਦੀ ਮੰਗ ਨੂੰ ਇਨਕਾਰ ਕਰ ਦਿੱਤਾ ਕਿ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਮੁਸਲਿਮ ਲੀਗ ਦੀ ਸਰਕਾਰ ਬਣਨ ਦੇ ਵਿੱਚ ਸਪੋਰਟ ਨਹੀਂ ਕਰ ਸਕਦੇ। ਸਗੋਂ ਉਲਟਾ ਅਸੀਂ ਪੰਜਾਬ ਦੇ ਵਿੱਚੋਂ ਮੁਸਲਿਮ ਲੀਗ ਦੀ ਸਰਕਾਰ ਨੂੰ ਖਤਮ ਕਰਨਾ ਚਾਹੁੰਦੇ ਹਾਂ ਕਿ ਕਦੇ ਵੀ ਨਾ ਬਣੇ। ਉਸ ਦਿਨ 3 ਮਾਰਚ ਨੂੰ ਕੁਝ ਐਸੀਆਂ ਗੱਲਾਂ ਪੰਜਾਬ ਅਸੈਂਬਲੀ ਦੇ ਸਾਹਮਣੇ, ਜਿਹੜਾ ਦਲਾਨ ਹੈ ਖੁੱਲਾ, ਉੱਥੇ ਐਸੀਆਂ ਗੱਲਾਂ ਹੋ ਗਈਆਂ ਕਿ ਮਾਸਟਰ ਤਾਰਾ ਸਿੰਘ ਵੱਲੋਂ ਕਾਫੀ ਭੜਕਾਊ ਗੱਲਾਂ ਕੀਤੀਆਂ ਗਈਆਂ ਕਿ ਅਸੀਂ ਪੰਜਾਬ ਦੇ ਵਿੱਚ ਮੁਸਲਿਮ ਲੀਗ ਦਾ ਰਾਜ ਨਹੀਂ ਹੋਣ ਦਿਆਂਗੇ, ਪੰਜਾਬ ਦੇ ਵਿੱਚ ਅਸੀਂ ਆਪਦਾ ਰਾਜ ਕਰਾਂਗੇ, ਖਾਲਸਾ ਰਾਜ ਕਰਾਂਗੇ। ਤੇ ਉਹਨਾਂ ਭੜਕਾਊ ਗੱਲਾਂ ਦੇ ਵਿੱਚ ਇੱਕ ਗੱਲ ਇਹ ਫੈਲਾਈ ਗਈ ਅਖਬਾਰਾਂ ਰਾਹੀਂ ਕਿ ਮਾਸਟਰ ਤਾਰਾ ਸਿੰਘ ਨੇ ਮੁਸਲਿਮ ਲੀਗ ਦੇ ਦਫ਼ਤਰ ਦੇ ਉੱਤੋਂ ਮੁਸਲਿਮ ਲੀਗ ਦਾ ਝੰਡਾ ਕੱਟ ਦਿੱਤਾ ਤਲਵਾਰ ਨਾਲ, ਕਿਰਪਾਨ ਨਾਲ। ਇਹ ਗੱਲ ਫੈਲ ਗਈ। ਵੈਸੇ ਇਹ ਗੱਲ ਬੜੀ ਵਿਵਾਦਮਈ ਹੈ ਕਿ ਝੰਡੇ ਨੂੰ ਕੱਟਿਆ ਗਿਆ ਸੀ ਜਾਂ ਨਹੀਂ ਕੱਟਿਆ ਗਿਆ ਸੀ, ਇਹ ਬਹੁਤ ਵਿਵਾਦਮਈ ਗੱਲ ਹੈ। ਪਰ ਜਿੰਨੇ ਵੀ ਰਾਈਟਰਾਂ ਨੇ ਇਹਦੇ ਬਾਰੇ ਲਿਖਿਆ, ਕੋਈ ਵੀ ਰਾਈਟਰ ਇੱਕ ਮਤ ਨਹੀਂ। ਈਵਨ ਮਾਸਟਰ ਤਾਰਾ ਸਿੰਘ ਦਾ ਜੋ ਆਪਣੀਆਂ ਯਾਦਾਂ ਦੇ ਵਿੱਚ ਜੋ ਸਟੇਟਮੈਂਟ ਦਿੱਤੀ ਗਈ ਹੈ ਇਹ ਝੰਡੇ ਬਾਰੇ, ਉਹਨਾਂ ਦਾ ਇਹ ਕਹਿਣਾ ਹੈ ਕਿ ਅਖਬਾਰਾਂ ਦੇ ਵਿੱਚ ਇਹ ਬਿਆਨ ਆ ਗਿਆ ਸੀ ਕਿ ਮਾਸਟਰ ਤਾਰਾ ਸਿੰਘ ਨੇ ਮੁਸਲਿਮ ਲੀਗੀਆਂ ਦਾ ਝੰਡਾ ਆਪਣੀ ਕਿਰਪਾਨ ਨਾਲ ਕੱਟ ਦਿੱਤਾ। ਮੈਂ ਸੋਚਿਆ ਵੀ ਇਹਦਾ ਖੰਡਨ ਕਾਹਨੂੰ ਕਰਨਾ ਹੈ। ਮੇਰੀ ਗੱਲ ਨੂੰ ਧਿਆਨ ਨਾਲ ਸੁਣ ਰਹੇ ਹੋ ਨਾ ਤੁਸੀਂ। ਮਾਸਟਰ ਤਾਰਾ ਸਿੰਘ ਦਾ ਬਿਆਨ ਹੈ ਇਹ ਕਿ ਅਖਬਾਰਾਂ 'ਚ ਇਹ ਬਿਆਨ ਆ ਗਿਆ ਸੀ ਕਿ ਮਾਸਟਰ ਤਾਰਾ ਸਿੰਘ ਨੇ ਆਪਣੀ ਕਿਰਪਾਨ ਨਾਲ ਮੁਸਲਿਮ ਲੀਗੀਆਂ ਦਾ ਝੰਡਾ ਕੱਟ ਦਿੱਤਾ। ਮੈਂ ਸੋਚਿਆ ਮਾਸਟਰ ਤਾਰਾ ਸਿੰਘ ਨੇ ਮਤਲਬ ਕਿ ਇਹਦਾ ਖੰਡਨ ਕਰ ਦਿੱਤਾ ਜਾਵੇ, ਕਿਉਂਕਿ ਮੈਂ ਤਾਂ ਝੰਡਾ ਕੱਟਿਆ ਹੀ ਨਹੀਂ। ਪਰ ਮਾਸਟਰ ਜੀ ਫੇਰ ਕਹਿੰਦੇ ਨੇ ਕਿ ਮੈਂ ਇਹਦਾ ਖੰਡਨ ਕਰਨਾ ਠੀਕ ਨਹੀਂ ਸਮਝਿਆ। ਮੈਂ ਇਹਦਾ ਖੰਡਨ ਕਰਨਾ ਠੀਕ ਨਹੀਂ ਸਮਝਿਆ। ਮਤਲਬ ਕਿ ਜਿਵੇਂ ਅਖਬਾਰਾਂ 'ਚ ਗੱਲ ਆ ਗਈ, ਭਾਵੇਂ ਝੂਠੀ ਭਾਵੇਂ ਸੱਚੀ, ਉਹਦਾ ਕੋਈ ਖੰਡਨ ਨਹੀਂ ਕੀਤਾ ਗਿਆ। ਅਗਲੇ ਦਿਨਾਂ ਦੇ ਵਿੱਚ ਉਹਦਾ ਰਿਜ਼ਲਟ 7 ਮਾਰਚ 1947 ਨੂੰ ਰਾਵਲਪਿੰਡੀ ਦੇ ਇਲਾਕੇ ਵਿੱਚ, ਜਿੱਥੇ ਕਿ ਮਾਸਟਰ ਤਾਰਾ ਸਿੰਘ ਦਾ ਆਪਣਾ ਪਿੰਡ ਸੀ ਹਰਿਆਲ, ਥੋਹਾ ਖਾਲਸਾ ਵੀ ਕਹਿੰਦੇ ਨੇ ਇਹਨੂੰ, ਇਸ ਇਲਾਕੇ ਨੂੰ, 7 ਮਾਰਚ ਤੋਂ ਲੈ ਕੇ 14-15 ਮਾਰਚ ਤੱਕ ਇੱਕ ਪੂਰਾ ਹਫ਼ਤਾ ਮੁਸਲਿਮ ਲੀਗੀਆਂ ਨੇ ਕਤਲੇਆਮ ਦੀ ਹੱਦ ਮਟਿਆਤੀ। ਕਤਲੇਆਮ ਹਿੰਦੂਆਂ ਦੀ, ਸਿੱਖਾਂ ਦੀ, ਸਿੱਖ ਜ਼ਿਆਦਾ ਸੀ, ਹਿੰਦੂ ਥੋੜੇ ਸੀ। ਜਿਹੜਾ ਵੀ ਸਾਹਮਣੇ ਆਇਆ ਉਹਨੂੰ ਮਾਰਤਾ, ਛੱਡਿਆ ਕੋਈ ਨਹੀਂ। ਘਰਾਂ ਦੇ ਘਰ ਤਬਾਹ ਕਰਤੇ, ਥੇ ਬਣਾਤਾ ਉਹ ਇਲਾਕਾ। ਮਾਸਟਰ ਦਾ ਜਿਹੜਾ ਪਿੰਡ ਸੀ ਹਰਿਆਲ, ਉਹਦਾ ਥੇ ਬਣਾਤਾ। ਜਦੋਂ ਜਿਨ੍ਹਾਂ ਦਿਨਾਂ ਦੇ ਵਿੱਚ ਗਵਰਨਰ ਜਨਰਲ ਨੇ ਆ ਕੇ ਪੜਤਾਲ ਆ ਕੇ ਦੇਖਿਆ, ਉਦੋਂ ਬਿਲਕੁਲ ਇਹ ਪਿੰਡ ਥੇ ਬਣੇ ਪਏ ਸੀ। ਉਹ ਸਿੱਖਾਂ ਤੇ ਹਿੰਦੂਆਂ ਦੇ ਪਿੰਡ ਸਨ। ਉਹ
ਇਹ 7 ਮਾਰਚ ਤੋਂ ਲੈ ਕੇ 14-15 ਮਾਰਚ 1947 ਦੀ ਗੱਲ ਹੈ। ਇਮੇਜਿਨ ਕਰੋ ਤੁਸੀਂ, ਪਹਿਲਾਂ 1946 ਦੇ ਵਿੱਚ ਡਾਇਰੈਕਟ ਐਕਸ਼ਨ ਵਾਲਾ ਜਿਹੜਾ ਐਕਸ਼ਨ ਸੀ ਮੁਸਲਿਮ ਲੀਗ ਦਾ, ਫਿਰ 1947 ਦੀ ਮਾਰਚ ਦੇ ਪਹਿਲੇ ਅੱਧ ਵਿੱਚ ਜਿਹੜਾ ਇਹ ਐਕਸ਼ਨ ਸੀ, ਇਹ ਤੋਂ ਤੁਸੀਂ ਕੀ ਸਮਝਦੇ ਹੋ ਕਿ ਸ਼ੁਰੂਆਤ ਇਹਨੇ ਕਿਹਨੇ ਕੀਤੀ? ਸੱਥਰ ਵਿਛਾਤੇ। ਮੈਂ ਇਤਨੇ ਸੱਥਰ ਵਿਛਾਏ ਉਹਨਾਂ ਪਿੰਡਾਂ ਦੇ ਵਿੱਚ ਕਿ ਇੰਤਹਾ ਕੋਈ ਹੱਦ ਨਹੀਂ ਰਹੀ। ਕਤਲੇਆਮ ਦੀ, ਬੱਚੇ ਵੀ ਮਾਰਤੇ, ਔਰਤਾਂ ਵੀ ਮਾਰਤੀਆਂ, ਜੋ ਵੀ ਸਾਹਮਣੇ ਆਇਆ ਸਭ ਕੁਝ ਮਾਰਤਾ ਜੀ। ਸਭ ਤੁਸੀਂ ਜਿਹੜਾ ਕਹਿ ਰਹੇ ਸੀ ਕਿ ਮਾਸਟਰ ਤਾਰਾ ਸਿੰਘ ਨੇ ਉਹਨਾਂ ਖਬਰਾਂ ਦਾ ਖੰਡਨ ਨਹੀਂ ਕੀਤਾ, ਇਹਨੂੰ ਥੋੜਾ ਜਿਹਾ ਹੋਰ ਖੋਲਿਓ ਕਿ ਕਿਉਂ ਨਹੀਂ ਕੀਤਾ? ਕੀ ਉਹਨਾਂ ਨੇ ਜੇ ਖੰਡਨ ਨਹੀਂ ਕੀਤਾ, ਉਹਦੇ ਤੋਂ ਬਾਅਦ ਭੜਕਾਟ ਪੈਦਾ ਹੋਈ ਮੁਸਲਿਮ ਲੀਗ ਦੇ ਨਾਲ ਤੇ ਇਹ ਸਭ ਕਤਲੇਆਮ ਹੋਇਆ? ਦੇਖੋ, ਮਾਸਟਰ ਜੀ ਨੇ ਵੀ ਲਿਖਿਆ ਆਪਣੀਆਂ ਯਾਦਾਂ ਦੇ ਵਿੱਚ ਇਹੀ ਗੱਲ, ਜੋ ਮੈਂ ਗੱਲ ਤੁਹਾਨੂੰ ਬੋਲ ਚੁੱਕਿਆ। ਉਹਨਾਂ ਦੇ ਭਰਾ ਪ੍ਰਿੰਸੀਪਲ ਨਿਰੰਜਨ ਸਿੰਘ ਨੇ ਵੀ ਮਾਸਟਰ ਤਾਰਾ ਸਿੰਘ ਦਾ ਜੀਵਨ ਲਿਖਿਆ ਹੈ। ਉਹਨੇ ਤਾਂ, ਪ੍ਰਿੰਸੀਪਲ ਨਿਰੰਜਨ ਸਿੰਘ ਨੇ ਤਾਂ ਸਰੇਆਮ ਲਿਖਿਆ ਹੈ ਕਿ ਮਾਸਟਰ ਜੀ ਨੇ ਜੋਸ਼ ਵਿੱਚ ਆ ਕੇ ਮੁਸਲਿਮ ਲੀਗੀਆਂ ਦੇ ਝੰਡੇ ਨੂੰ ਕੱਟ ਦਿੱਤਾ। ਉਹਨੇ ਤਾਂ ਸਰੇਆਮ ਲਿਖਿਆ। ਮਾਸਟਰ ਜੀ ਦੇ ਭਰਾ ਨੇ ਉਹ, ਪ੍ਰਿੰਸੀਪਲ ਨਿਰੰਜਨ ਸਿੰਘ। ਮਾਸਟਰ ਜੀ ਨੇ ਜੋ ਲਿਖਿਆ ਉਹ ਮੈਂ ਤੁਹਾਨੂੰ ਦੱਸ ਦਿੱਤਾ, ਕਿਉਂਕਿ ਖੰਡਨ ਨਹੀਂ ਕੀਤਾ ਗਿਆ। ਖੰਡਨ ਕਰ ਦੇਣਾ ਚੰਗੀ ਗੱਲ ਸੀ, ਕਿਉਂਕਿ ਫਿਰ ਭੜਕਾਹਟ ਨਹੀਂ ਸੀ ਪੈਦਾ ਹੋਣੀ ਅਗਰ ਇਹ ਗੱਲ ਦਾ ਖੰਡਨ ਕਰ ਦਿੱਤਾ ਜਾਂਦਾ। ਮੇਰਾ ਵਿਚਾਰ ਇਹ ਹੈ ਕਿ ਈਵਨ ਜੇ ਮਾਸਟਰ ਜੀ ਨੇ ਝੰਡਾ ਕੱਟਿਆ ਵੀ ਹੋਵੇ ਤੇ ਅਖਬਾਰਾਂ 'ਚ ਉਹ ਗੱਲ ਆ ਗਈ, ਮਾਸਟਰ ਜੀ ਨੂੰ ਫਿਰ ਵੀ ਚਾਹੀਦਾ ਸੀ ਕਿ ਇਹਦਾ ਖੰਡਨ ਕਰ ਦਿੱਤਾ ਜਾਣਾ ਚਾਹੀਦਾ ਸੀ। ਪਰ ਮਾਸਟਰ ਜੀ ਨੇ ਤਾਂ ਖੰਡਨ ਹੀ ਨਹੀਂ ਕੀਤਾ। ਇਹ ਉਹਦੇ ਆਪਣੇ ਸ਼ਬਦ ਨੇ। ਖੰਡਨ ਨਹੀਂ ਕੀਤਾ। ਸਭ ਮੁਸਲਮਾਨ ਨੇ ਮੰਨ ਲਿਆ ਕਿ ਵਾਕਈ ਜਿਹੜੀ ਅਖਬਾਰਾਂ 'ਚ ਖਬਰ ਛਪੀ ਹੈ ਉਹ ਸੱਚੀ ਹੈ। ਸਾਰੇ ਮੁਸਲਮਾਨ ਜਗਤ, ਜਿਹੜਾ ਮੁਸਲਿਮ ਲੀਗ ਸੀ ਤੇ ਜਿਹੜੀ ਉਹਦੀ ਤਿਆਰੀ ਕੀਤੀ ਹੋਈ ਸੀ ਕਿਸੇ ਹੋਰ ਫੋਰਸਾਂ ਨਾਲ ਲੜਨ ਦੀ, ਉਹ ਸਾਰੀ ਫੋਰਸ ਰਾਵਲਪਿੰਡੀ ਦੇ ਇਲਾਕੇ ਵਿੱਚ ਜਿੱਥੇ ਜਿੱਥੇ ਸਿੱਖਾਂ ਤੇ ਹਿੰਦੂਆਂ ਦਾ ਵਾਸਾ ਸੀ, ਮਾਸਟਰ ਤਾਰਾ ਸਿੰਘ ਦਾ ਪਿੰਡ ਸੀ ਹਰਿਆਲ, ਉੱਥੇ ਸੱਥਰ ਵਿਛਾ ਦਿੱਤੇ। ਬਿਲਕੁਲ ਹੀ ਮਤਲਬ ਕੋਈ ਇਹਦੇ ਕੋਈ ਹੱਦ ਬੰਨਾ ਨਹੀਂ ਰਿਹਾ ਇਸ ਕਤਲੇਆਮ ਦਾ। ਇਹ ਦੋ ਘਟਨਾਵਾਂ ਨੇ ਜਿਨ੍ਹਾਂ ਦੇ ਵਿੱਚ ਕੋਈ ਐਂਬੀਗੁਇਟੀ ਨਹੀਂ ਹੈਗੀ, ਕੋਈ ਭੰਬਲ ਭੂਸਾ ਨਹੀਂ ਇਹ ਗੱਲ ਸੋਚਣ ਦੇ ਵਿੱਚ ਕਿ ਸ਼ੁਰੂਆਤ ਕਿੱਥੋਂ ਕੀਤੀ। ਹਾਲਾਂਕਿ ਅਜੇ ਤੱਕ ਨਾ ਵੰਡ ਹੋਈ ਹੈ, ਨਾ ਹੱਦਾਂ ਦਾ ਫੈਸਲਾ ਹੋਇਆ, ਕੁਝ ਵੀ ਨਹੀਂ ਹੋਇਆ। ਅਜੇ ਬ੍ਰਿਟਿਸ਼ ਗਵਰਨਮੈਂਟ ਨੇ ਛੱਡਣ ਦਾ ਐਲਾਨ ਵੀ ਨਹੀਂ ਸੀ ਕੀਤਾ। ਉਹਦਾ ਜਾ ਕੇ ਅੱਗੇ ਅਗਸਤ ਵਿੱਚ ਜਾ ਕੇ ਹੁੰਦਾ ਹੈ ਉਹ, ਤੇ 16-17 ਅਗਸਤ ਨੂੰ ਜਾ ਕੇ ਹੀ ਸਰਹੱਦ ਦਾ ਜਿਹੜੀ ਲਾਈਨ ਕੱਢੀ ਗਈ ਹੈ, ਰੈੱਡ ਕਲਿਫ ਲਾਈਨ, ਉਹਦਾ ਵੀ ਅਜੇ ਐਲਾਨ ਨਹੀਂ ਸੀ ਕੀਤਾ। ਇਹ ਤਾਂ ਬਹੁਤ ਚਿਰ ਪਹਿਲਾਂ ਦੀਆਂ ਗੱਲਾਂ ਨੇ। ਸੋ ਇਹਨਾਂ ਗੱਲਾਂ ਤੋਂ ਸਾਫ਼ ਸਪਸ਼ਟ ਹੈ ਸੁਖਵਿੰਦਰ ਕਿ ਜਿਹੜਾ ਕਤਲੇਆਮ ਸੀ ਹਿੰਦੂ ਸਿੱਖਾਂ ਦਾ ਪਾਕਿਸਤਾਨ ਦੇ ਵਿੱਚ, ਉਹ ਮੁਸਲਿਮ ਲੀਗ ਵੱਲੋਂ ਸ਼ੁਰੂ ਕੀਤਾ ਗਿਆ। ਹਿੰਦੂਆਂ ਤੇ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਪੰਜਾਬ 'ਚ ਤਾਂ ਅਜੇ ਆਪਣੇ ਉਰਲੇ ਪੰਜਾਬ 'ਚ, ਇੰਡੀਆ 'ਚ ਤਾਂ ਕੁਝ ਵੀ ਨਹੀਂ ਹੋਇਆ ਸੀ। ਅਜੇ ਕਿਸੇ ਪਾਸੇ ਕੋਈ ਮਾਰ ਧਾੜ ਨਹੀਂ ਸੀ ਹੋਈ। ਅਜੇ ਗੱਲ ਹੀ ਨਹੀਂ ਕਲੀਅਰ ਹੈਗੀ ਸੀ ਕਿ ਕੀ ਹੋਏਗਾ ਕੀ ਨਹੀਂ ਹੋਏਗਾ। ਵੈਸੇ ਇਹ ਗੱਲ ਦੀ ਪੱਕੀ ਗਾਰੰਟੀ ਹੋ ਗਈ ਸੀ ਲੋਕਾਂ ਨੂੰ ਕਿ ਪਾਕਿਸਤਾਨ ਤਾਂ ਬਣੇਗਾ ਹੀ ਬਣੇਗਾ। ਪਰ ਅਜੇ ਬ੍ਰਿਟਿਸ਼ ਗਵਰਨਮੈਂਟ ਛੱਡ ਕੇ ਨਹੀਂ ਸੀ ਗਈ, ਨਾ ਹੀ ਬ੍ਰਿਟਿਸ਼ ਗਵਰਨਮੈਂਟ ਨੇ ਕੋਈ ਹੱਦਬੰਦਾ ਕੀਤਾ ਸੀ। ਜੀ ਮੈਂ ਸਵਾਲ ਅਗਲਾ ਡਾਕਟਰ ਸਾਹਿਬ ਕਰਨਾ ਸੀ ਕਿ ਠੀਕ ਹੈ, ਇਹ ਤਾਂ ਥੋੜਾ ਕਤਲੇਆਮ ਦੇ ਉੱਤੇ ਜਿੰਨਾ ਹੋ ਸਕਿਆ ਆਪਾਂ ਕੀਤਾ। ਗੱਲ ਹੁਣ ਆਉਂਦੀ ਹੈ ਕਿ ਵੰਡ ਹੋਈ ਸੀ, ਇਹ ਕਿਸ ਆਧਾਰ ਤੇ ਕੀਤੀ ਗਈ? ਜਦੋਂ ਮਤਲਬ ਕਿ ਪੰਜਾਬ ਦੀ ਖਾਸ ਕਰ ਉਦੋਂ ਗੱਲ ਆਉਂਦੀ ਹੈ ਕਿ ਪੰਜਾਬ ਇੰਨੇ ਵੱਡੇ ਪੱਧਰ ਦੇ ਉੱਤੇ ਉਧਰ ਚਲਾ ਗਿਆ, ਬਹੁਤ ਥੋੜਾ ਪੰਜਾਬ ਇੱਧਰਲੇ ਪਾਸੇ ਰਹਿ ਗਿਆ, ਤੇ ਉਸ ਨੂੰ ਬਚਾਇਆ ਕਿਉਂ ਨਹੀਂ ਜਾ ਸਕਿਆ? ਉਸ ਪਾਸੇ ਵੱਲ ਕਿਉਂ ਨਹੀਂ ਸੋਚਿਆ ਗਿਆ ਕਿ ਘੱਟੋ ਘੱਟ ਜੇ ਪੰਜਾਬ ਦੇ ਸਿੱਖਾਂ ਨੇ ਇੱਧਰ ਭਾਰਤ ਦੇ ਨਾਲ ਮਿਲ ਕੇ ਰਹਿਣਾ ਤਾਂ ਫਿਰ ਉਹ ਪੂਰਾ ਪੰਜਾਬ ਕਿਉਂ ਨਹੀਂ? ਸੁਖਵਿੰਦਰ, ਇਸ ਗੱਲ ਦਾ ਵੀ ਜਵਾਬ ਦਿਆਂਗਾ ਮੈਂ, ਲੇਕਿਨ ਥੋੜੀ ਜਿਹੀ ਜਿਹੜੀ ਆਪਣੀ ਤੁਹਾਡਾ ਪਹਿਲਾ ਕੁਐਸਚਨ ਸੀ ਉਹਦੇ ਵਿੱਚ ਮੈਂ ਇੱਕ ਪੁਆਇੰਟ ਹੋਰ ਦੱਸ ਦਿਆਂ। ਈਵਨ ਜਦੋਂ ਰੈੱਡ ਕਲਿਫ ਲਾਈਨ ਖਿੱਚਦੀ, ਮਤਲਬ ਤਿਆਰ ਕਰ ਦਿੱਤੀ ਗਈ ਸੀ ਹੱਦਬੰਦੀ ਦੀ, ਤੇ ਆਬਾਦੀਆਂ ਦਾ ਤਬਾਦਲਾ ਹੋਣ ਲੱਗ ਪਿਆ ਸੀ ਅਗਸਤ ਦੇ ਵਿੱਚ, ਜੁਲਾਈ ਦੇ ਵਿੱਚ ਹੀ ਹੋਣ ਲੱਗ ਪਿਆ ਸੀ, ਜੂਨ ਦੇ ਵਿੱਚ ਵੀ ਹੋਣ ਲੱਗ ਪਿਆ ਸੀ ਤਬਾਦਲਾ ਇਹ, ਤੇ ਜੁਲਾਈ 'ਚ ਜ਼ਿਆਦਾ ਵੱਧ ਗਿਆ ਸੀ ਤੇ ਅਗਸਤ ਵਿੱਚ ਪੂਰੇ ਸਿਖਰ ਤੇ ਪਹੁੰਚ ਗਿਆ ਸੀ। ਪਾਕਿਸਤਾਨ ਦੇ ਵਿੱਚ ਉਦੋਂ ਵੀ ਕਤਲੇਆਮ ਹੋ ਰਹੀ ਸੀ। ਅਜੇ ਪੂਰਬੀ ਪੰਜਾਬ ਦੇ ਵਿੱਚ ਕਤਲੇਆਮ ਸ਼ੁਰੂ ਨਹੀਂ ਸੀ ਹੋਈ। ਦਿੱਲੀ ਵਿੱਚ ਵੀ ਕਤਲੇਆਮ ਸ਼ੁਰੂ ਨਹੀਂ ਸੀ ਹੋਈ। ਤੁਹਾਨੂੰ ਮੈਂ ਦੱਸ ਦਿਆਂ, ਇਹ ਕੋਈ ਅਗਸਤ ਦਾ ਪਹਿਲਾ ਜਾਂ ਦੂਜੇ ਹਫ਼ਤੇ ਦੀ ਗੱਲ ਹੈ
ਜਾਂ ਜੁਲਾਈ ਦੇ ਅਖੀਰ ਦੀ, ਮਤਲਬ ਇਹ ਜੁਲਾਈ ਦਾ ਅਖੀਰ ਜਾਂ ਅਗਸਤ ਦਾ ਪਹਿਲਾ ਹਫਤਾ, ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਪਾਕਿਸਤਾਨ ਵਾਲੇ ਪਾਸਿਓਂ ਤਿੰਨ ਗੱਡੀਆਂ ਭਰੀਆਂ ਹੋਈਆਂ ਆਈਆਂ, ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਠਹਿਰੀਆਂ। ਉਹ ਤਿੰਨੇ ਗੱਡੀਆਂ ਹਿੰਦੂ ਤੇ ਸਿੱਖਾਂ ਦੀਆਂ ਲਾਸ਼ਾਂ ਨਾਲ ਭਰੀਆਂ ਹੋਈਆਂ ਸਨ, ਤਿੰਨੋਂ ਗੱਡੀ। ਇਹਨਾਂ ਗੱਡੀਆਂ ਨੂੰ ਦੇਖ ਕੇ ਫਿਰ ਪੰਜਾਬ ਦੇ ਵਿੱਚ ਅਸਲੀ ਰਿਐਕਸ਼ਨ ਹੋਇਆ, ਮਤਲਬ ਜੁਲਾਈ ਦੇ ਐਂਡ ਵਿੱਚ ਤੇ ਅਗਸਤ ਦੇ ਸ਼ੁਰੂ ਵਿੱਚ ਫਿਰ ਐਸਾ ਸ਼ੁਰੂਆਤ ਹੋ ਗਈ ਐਸੀ ਇਹ ਕਤਲੇਆਮ ਦੀ, ਕਿਉਂਕਿ ਉਹਨਾਂ ਨੇ ਗੱਡੀਆਂ ਭਰੀਆਂ ਹੋਈਆਂ ਦੇਖ ਲਈਆਂ ਤੇ ਇਹਨਾਂ ਨੇ ਫਿਰ ਦ੍ਰਿੜ ਆਪਣਾ ਇਰਾਦਾ ਕਰ ਲਿਆ ਕਿ ਇੱਥੋਂ ਵੀ ਗੱਡੀਆਂ ਭਰ ਕੇ ਹੀ ਭੇਜਾਂਗੇ ਫਿਰ ਉਹਨਾਂ ਦੀਆਂ। ਫਿਰ ਪੂਰਬੀ ਪੰਜਾਬ ਦੇ ਵਿੱਚ ਸਾਰਾ ਪੂਰਬੀ ਪੰਜਾਬ ਸੀ, ਜਿਹਦੇ ਵਿੱਚ ਅੱਜ ਕੱਲ੍ਹ ਹਰਿਆਣਾ ਹਿਮਾਚਲ ਵੀ ਆਉਂਦਾ, ਸਾਰਾ ਪੰਜਾਬ ਆਉਂਦਾ, ਦਿੱਲੀ ਤੱਕ ਲੱਗਿਆ ਹੋਇਆ ਸੀ। ਦਿੱਲੀ ਤੱਕ ਪੂਰਬੀ ਪੰਜਾਬ ਦਾ ਆਪਾਂ ਅੰਮ੍ਰਿਤਸਰ ਤੋਂ ਵਾਹਗਾ ਬਾਰਡਰ ਤੋਂ ਕਹਿ ਦਈਏ ਆਪਾਂ ਸ਼ੁਰੂ ਕਰਕੇ ਦਿੱਲੀ ਤੱਕ, ਘੱਗਰ ਤੱਕ, ਪੂਰਬੀ ਪੰਜਾਬ ਦਾ ਇੱਕ ਵੀ ਪਿੰਡ ਐਸਾ ਨਹੀਂ ਸੀ ਛੱਡਿਆ ਪੂਰਬੀ ਪੰਜਾਬ ਦੇ ਲੋਕਾਂ ਨੇ ਜਿੱਥੇ ਮੁਸਲਮਾਨ ਨਾ ਵੱਡੇ ਹੋ, ਮਤਲਬ ਇਹ ਜਿਹੜਾ ਰਿਐਕਸ਼ਨ ਸੀ ਇਹ ਜੁਲਾਈ ਦੇ ਐਂਡ ਵਿੱਚ ਜਾ ਕੇ ਹੋਇਆ ਜਾਂ ਅਗਸਤ ਦੇ ਸ਼ੁਰੂ ਵਿੱਚ ਜਾ ਕੇ ਹੋਇਆ। ਤੇ ਪਹਿਲਾ ਜਿਹੜਾ ਕਤਲੇਆਮ ਦਾ ਦੌਰ ਸੀ ਉਹ ਪਾਕਿਸਤਾਨ ਵਿੱਚ ਬਹੁਤ ਚਿਰ ਪਹਿਲਾਂ ਤੋਂ ਹੋ ਚੁੱਕਿਆ ਸੀ ਤੇ ਜੁਲਾਈ ਅਗਸਤ ਦੇ ਵਿੱਚ ਤਾਂ ਪੂਰੇ ਸਿਖਰ ਤੇ ਪਹੁੰਚ ਗਿਆ ਸੀ। ਹਾਂ, ਹੁਣ ਮੈਂ ਤੁਹਾਡੇ ਇਸ ਪ੍ਰਸ਼ਨ ਤੇ ਆਉਣਾ ਕਿ ਇਹਦਾ ਆਧਾਰ ਕੀ ਸੀ। ਪੰਜਾਬ ਬਹੁਤ ਵੱਡਾ ਹਿੱਸਾ ਪਾਕਿਸਤਾਨ ਨੂੰ ਕਿਵੇਂ ਮਿਲ ਗਿਆ, ਸਾਡੇ ਹਿੱਸੇ ਪੂਰਬੀ ਪੰਜਾਬ ਛੋਟਾ ਹਿੱਸਾ ਕਿਵੇਂ ਆਇਆ। ਭਾਈ ਸੁਖਵਿੰਦਰ, ਜਿਹੜੀ ਵੰਡ ਹੋਈ ਸੀ ਪਾਕਿਸਤਾਨ ਦੀ ਅਤੇ ਹਿੰਦੁਸਤਾਨ ਦੀ, ਇੰਡੀਆ ਕਹਿ ਲਓ ਭਾਵੇਂ, ਇੱਕੋ ਹੀ ਗੱਲ ਹੈ। ਮੇਰੇ ਮੂੰਹ ਤੇ ਹਿੰਦੁਸਤਾਨ ਸ਼ਬਦ ਚੜਿਆ ਹੋਇਆ, ਮੈਂ ਹਿੰਦੁਸਤਾਨ ਹੀ ਕਹਾਂਗਾ। ਇਹ ਜਿਹੜੀ ਵੰਡ ਹੋਈ ਸੀ, ਵੰਡ ਦਾ ਆਧਾਰ ਸੀ ਮੁਸਲਿਮ ਆਬਾਦੀ ਅਤੇ ਨੌਨ ਮੁਸਲਿਮ ਆਬਾਦੀ। ਸਮਝ ਗਏ? ਮੁਸਲਿਮ ਏਰੀਆ ਅਤੇ ਨੌਨ ਮੁਸਲਿਮ ਏਰੀਆ। ਜਿਹੜਾ ਮੁਸਲਿਮ ਬਹੁ ਗਿਣਤੀ ਵਾਲਾ ਏਰੀਆ ਹੈ ਉਹ ਪਾਕਿਸਤਾਨ 'ਚ ਜਾਏਗਾ, ਜਿਹੜਾ ਨੌਨ ਮੁਸਲਿਮ ਏਰੀਆ ਹੈ, ਨੌਨ ਮੁਸਲਿਮ ਆਬਾਦੀ ਬਹੁ ਗਿਣਤੀ ਆਬਾਦੀ ਵਾਲਾ, ਉਹ ਹਿੰਦੁਸਤਾਨ 'ਚ ਜਾਏਗਾ। ਸਮਝਦੇ ਹੋ ਤੁਸੀਂ ਗੱਲ? ਇਹ ਦੋ ਟੈਕਨੀਕਲ ਸ਼ਬਦ ਵਰਤੇ ਗਏ ਸੀ ਮਤਲਬ ਦੇਸ਼ ਦੀ ਵੰਡ ਵਿੱਚ, ਪਾਕਿਸਤਾਨ ਅਤੇ ਹਿੰਦੁਸਤਾਨ ਦੀ ਵੰਡ ਵਿੱਚ। ਮੁਸਲਿਮ ਏਰੀਆ ਪਾਕਿਸਤਾਨ, ਨੌਨ ਮੁਸਲਿਮ ਏਰੀਆ ਹਿੰਦੁਸਤਾਨ। ਨੌਨ ਮੁਸਲਿਮ ਇਹ ਨਹੀਂ ਕਿਹਾ ਸੀ ਕਿ ਮਤਲਬ ਜਿਹੜੇ ਹਿੰਦੁਸਤਾਨ ਦੇ ਵਿੱਚ ਮੁਸਲਮਾਨ ਵੀ ਹੋਣ, ਨੌਨ ਮੁਸਲਿਮ ਦੇ ਵਿੱਚ ਤੇ ਹਿੰਦੂ ਵੀ ਹੋਣ, ਸਿੱਖ ਵੀ ਹੋਣ, ਇਹ ਗੱਲ ਨਹੀਂ ਸੀ ਕਲੀਅਰ ਕੀਤੀ ਗਈ। ਮੁਸਲਿਮ ਏਰੀਆ ਪਾਕਿਸਤਾਨ ਦਾ, ਨੌਨ ਮੁਸਲਿਮ ਏਰੀਆ ਬਹੁ ਗਿਣਤੀ ਆਬਾਦੀ ਵਾਲਾ ਹਿੰਦੁਸਤਾਨ ਦਾ। ਇਹ ਮੈਂ ਗੱਲ ਤਾਂ ਕਹਿ ਰਿਹਾ ਸੁਖਵਿੰਦਰ ਕਿ ਹਿੰਦੁਸਤਾਨ 'ਚ 1947 ਸਮੇਂ ਜਿੰਨੇ ਮੁਸਲਮਾਨ ਸਨ ਉਹਨੇ ਪਾਕਿਸਤਾਨ ਵਿੱਚ ਵੀ ਨਹੀਂ ਸਨ। ਪਾਕਿਸਤਾਨ ਨਾਲੋਂ ਵੀ ਜ਼ਿਆਦਾ ਮੁਸਲਮਾਨ ਹਿੰਦੁਸਤਾਨ 'ਚ ਬੈਠਾ ਸੀ, ਬਾਹਰਲੀਆਂ ਸਟੇਟਾਂ 'ਚ, ਪੰਜਾਬ ਤੋਂ ਬਾਹਰ। ਇਹ ਗੱਲ ਜਦੋਂ ਆਪਾਂ ਕਰਦੇ ਹਾਂ, ਇਹ ਗੱਲ ਨੂੰ ਕੋਈ ਆਮ ਲੋਕ ਜਦੋਂ ਗੱਲ ਕਰਦੇ ਨੇ ਇਹ ਗੱਲ ਸੋਚਦੇ ਨਹੀਂ, ਇਹਨੂੰ ਡੀਪਲੀ ਨਹੀਂ ਸੋਚਦੇ। ਹਿੰਦੁਸਤਾਨ ਤੇ ਪਾਕਿਸਤਾਨ ਦੀ ਗੱਲ ਵੰਡ ਹੋਈ ਸੀ ਮੁਸਲਿਮ ਅਤੇ ਨੌਨ ਮੁਸਲਿਮ। ਪਾਕਿਸਤਾਨ ਮੁਸਲਮਾਨੀ ਦੇਸ਼ ਸੀ, ਹਿੰਦੁਸਤਾਨ ਗੈਰ ਮੁਸਲਮਾਨੀ ਦੇਸ਼ ਸੀ, ਗੈਰ ਮੁਸਲਮਾਨੀ, ਜਿਹਦੇ ਵਿੱਚ ਕੋਈ ਮੁਸਲਮਾਨ ਨਹੀਂ ਸੀ ਹੋਣਾ। ਇਹ ਬਹੁਤ ਟੈਕਨੀਕਲ, ਬੜੀਆਂ ਖਤਰਨਾਕ ਟੈਕਨੀਕਲ ਟਰਮਜ਼ ਨੇ ਜਿਨ੍ਹਾਂ ਬਾਰੇ ਕੋਈ ਸੋਚਦਾ ਵਿਚਾਰਦਾ ਹੈ ਹੀ ਨਹੀਂ। ਜਦੋਂ ਪਾਕਿਸਤਾਨ ਦੇ ਵਿੱਚੋਂ ਸਮੂਹ ਹਿੰਦੂ ਤੇ ਸਿੱਖਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਗਿਆ ਤਾਂ ਜਿਹੜਾ ਭਾਰਤ ਦਾ ਗ੍ਰਹਿ ਮੰਤਰੀ ਸੀ ਮਿਸਟਰ ਪਟੇਲ ਨੇ ਟੈਲੀਫੋਨ ਤੇ ਗੱਲ ਕੀਤੀ ਮਿਸਟਰ ਜਿਨਾਹ ਨਾਲ ਤੇ ਲਿਆਕਤ ਅਲੀ ਖਾਨ ਨਾਲ, ਜਿਹੜਾ ਪ੍ਰਾਈਮ ਮਿਨਿਸਟਰ ਸੀ ਪਾਕਿਸਤਾਨ ਦਾ, ਕਿ ਕੀ ਤੁਸੀਂ ਜਿਹੜੀ ਪ੍ਰਾਪਰਟੀ ਛੱਡੀ ਹੋਈ ਹੈ ਪਾਕਿਸਤਾਨ ਦੇ ਵਿੱਚ ਹਿੰਦੂਆਂ ਸਿੱਖਾਂ ਨੇ, ਕੀ ਤੁਸੀਂ ਉਸ ਪ੍ਰਾਪਰਟੀ ਨੂੰ ਜ਼ਬਤ ਕਰ ਰਹੇ ਹੋ?
ਜਾਂ ਉਸ ਪ੍ਰੋਪਰਟੀ ਨੂੰ ਸਿਕਿਉਰ ਕਰਕੇ ਰੱਖ ਰਹੇ ਹੋ। ਜੇ ਜ਼ਬਤ ਕਰਕੇ ਕਰ ਰਹੇ ਹੋ ਤਾਂ ਅਸੀਂ ਵੀ ਹਿੰਦੁਸਤਾਨ ਦੇ ਵਿੱਚ ਜਿੰਨੀ ਮੁਸਲਿਮ ਪ੍ਰੋਪਰਟੀ ਹੈ ਅਸੀਂ ਵੀ ਜ਼ਬਤ ਕਰਾਂਗੇ। ਫਿਰ ਕੀ ਤੁਸੀਂ ਸਾਰੀ ਗੈਰ ਮੁਸਲਿਮ ਆਬਾਦੀ ਨੂੰ ਪਾਕਿਸਤਾਨ ਚੋਂ ਕੱਢ ਰਹੇ ਹੋ ਜਾਂ ਸਿਰਫ ਪੰਜਾਬ ਤੱਕ ਹੀ ਗੱਲ ਸੀਮਤ ਹੈ ਇਹ? ਤੇ ਜੇ ਤੁਸੀਂ ਸਾਰੀ ਗੈਰ ਮੁਸਲਿਮ ਆਬਾਦੀ ਨੂੰ ਪਾਕਿਸਤਾਨ ਚੋਂ ਕੱਢ ਰਹੇ ਹੋ ਤਾਂ ਹਿੰਦੁਸਤਾਨ ਦੇ ਵਿੱਚੋਂ ਵੀ ਸਾਰੀ ਮੁਸਲਿਮ ਆਬਾਦੀ ਨਿਕਲੇਗੀ। ਮਿਸਟਰ ਜਿਨਾਹ ਤੇ ਮਤਲਬ ਲਿਆਕਤ ਅਲੀ ਖਾਨ ਇਹ ਘਬਰਾ ਗਏ। ਅਗਰ ਸਾਰੀ ਆਬਾਦੀ ਹਿੰਦੁਸਤਾਨ ਦੀ ਮੁਸਲਿਮ ਆਬਾਦੀ ਪਾਕਿਸਤਾਨ ਚਲੀ ਗਈ, ਉਹ ਇੱਕ ਮਹੀਨੇ ਵਾਸਤੇ ਵੀ ਰੋਟੀ ਨਹੀਂ ਸੀ ਖਵਾ ਸਕਦੇ, ਉਹ ਇੰਨੀ ਆਬਾਦੀ ਇਕੱਠੀ ਹੋ ਜਾਣੀ ਸੀ। ਤੋ ਮਿਸਟਰ ਲਿਆਕਤ ਅਲੀ ਖਾਨ ਨੇ ਤੇ ਮਿਸਟਰ ਮੁਹੰਮਦ ਅਲੀ ਜਿਨਾਹ ਨੇ ਇਹ ਗੱਲ ਸੰਭਾਲ ਲਈ ਕਿ ਨਹੀਂ, ਇਹ ਪੰਜਾਬ ਦੇ ਵਿੱਚ ਹੀ ਇਹ ਹੱਲਾ ਗੁੱਲਾ ਉੱਠਿਆ ਹੋਇਆ, ਅਸੀਂ ਪੰਜਾਬ ਤੋਂ ਬਾਹਰ ਨਹੀਂ ਫੈਲਣ ਦਿਆਂਗੇ, ਕਿਸੇ ਨੂੰ ਕੋਈ ਅਸੀਂ ਮਜਬੂਰ ਨਹੀਂ ਕਰਾਂਗੇ ਇੱਥੋਂ ਜਾਣ ਲਈ, ਤੇ ਜਿਹੜੀ ਪ੍ਰੋਪਰਟੀ ਉਹ ਛੱਡ ਕੇ ਜਾਣਗੇ ਪੰਜਾਬ ਦੇ ਵਿੱਚ ਵੀ ਹਿੰਦੂ ਸਿੱਖ, ਉਹਨਾਂ ਦੀ ਪ੍ਰੋਪਰਟੀ ਦੀ ਅਸੀਂ ਦੇਖਭਾਲ ਕਰਾਂਗੇ, ਗਰੰਟੀ ਦੇਵਾਂਗੇ। ਇਹ ਤਾਂ ਜਾ ਕੇ ਕਿਤੇ ਜਿਹੜਾ ਇਹ ਬਚਾਅ ਹੋਇਆ ਹਿੰਦੁਸਤਾਨ ਦੇ ਵਿੱਚ ਮੁਸਲਮਾਨਾਂ ਦਾ, ਤੇ ਤਾਂ ਜਾ ਕੇ ਹੋਇਆ। ਅਗਰ ਕਿਤੇ ਇਹ ਸਮੁੱਚੀ ਆਬਾਦੀਆਂ ਦਾ ਜਿਹੜਾ ਤਬਾਦਲਾ ਹੋਇਆ ਹੁੰਦਾ ਤੇ ਪਾਕਿਸਤਾਨ ਦੇ ਕੋਲੋਂ ਤਾਂ ਇੰਨੇ ਮੁਸਲਮ ਸੰਭਾਲੇ ਹੀ ਨਹੀਂ ਸੀ ਜਾ ਸਕਦੇ। ਸੋ ਇਹ ਜਿਹੜੀ ਆਬਾਦੀ ਦਾ ਆਧਾਰ ਸੀ, ਇਹ ਸੀ ਮੁਸਲਿਮ ਏਰੀਆ ਅਤੇ ਨਾਨ ਮੁਸਲਿਮ ਏਰੀਆ। ਪਾਕਿਸਤਾਨ ਮੁਸਲਿਮ ਏਰੀਆ ਸੀ ਤੇ ਨਾਨ ਮੁਸਲਿਮ ਏਰੀਆ ਹਿੰਦੁਸਤਾਨ ਸੀ। ਅਗਲੀ ਗੱਲ, ਪੰਜਾਬ ਦਾ ਵੱਡਾ ਹਿੱਸਾ ਉਧਰ ਕਿਉਂ ਗਿਆ, ਛੋਟਾ ਹਿੱਸਾ ਇੱਧਰ ਕਿਉਂ ਆਇਆ? ਪੰਜਾਬ ਦੇ ਵਿੱਚ ਅੰਗਰੇਜ਼ਾਂ ਦੇ ਰਾਜ ਸ਼ੁਰੂ ਹੋਣ ਤੋਂ ਲੈ ਕੇ 1947 ਤੱਕ ਜੋ ਵੀ ਪ੍ਰਚਾਰਿਆ ਗਿਆ ਸੁਖਵਿੰਦਰ, ਜੋ ਵੀ ਲਿਖ ਕੇ ਪੇਸ਼ ਕੀਤਾ ਗਿਆ ਲੋਕਾਂ ਸਾਹਮਣੇ, ਉਹਦੇ ਵਿੱਚ ਇਹੀ ਲਿਖ ਕੇ ਪ੍ਰਚਾਰਿਆ ਗਿਆ ਤੇ ਪੇਸ਼ ਕੀਤਾ ਗਿਆ ਕਿ ਪਾਕਿਸਤਾਨ ਜਿਹੜਾ ਪੰਜਾਬ ਹੈ, ਪੰਜਾਬ ਪੂਰਾ ਪੰਜਾਬ, ਇਹਦੇ ਵਿੱਚ ਮੁਸਲਮਾਨਾਂ ਦੀ ਬਹੁਗਿਣਤੀ ਹੈ। ਹਾਲਾਂਕਿ ਅਜੇ ਤੱਕ ਕੋਈ ਜਨਗਣਨਾ ਨਹੀਂ ਸੀ ਹੋਈ। 1941 ਤੋਂ ਪਹਿਲਾਂ ਮੇਰਾ ਖਿਆਲ ਹੈ ਕਿ ਜਨਗਣਨਾ ਸ਼ੁਰੂ ਨਹੀਂ ਸੀ ਹੋਈ 1941 ਤੋਂ ਪਹਿਲਾਂ। ਤੇ ਲੇਕਿਨ ਜਦੋਂ ਅੰਗਰੇਜ਼ਾਂ ਦਾ ਰਾਜ ਪੰਜਾਬ ਦੇ ਵਿੱਚ ਹੋਇਆ 1849 ਤੋਂ ਪਿੱਛੋਂ, ਤਾਂ ਇਹ ਗੱਲ ਪ੍ਰਚਾਰੀ ਗਈ ਕਿ ਪੰਜਾਬ ਦੀ ਬਹੁਗਿਣਤੀ ਆਬਾਦੀ ਮੁਸਲਮਾਨਾਂ ਦੀ ਹੈ। ਇਹਨਾਂ ਦੀ ਬਹੁਗਿਣਤੀ ਨੂੰ ਗਰੰਟੀ ਦਿੱਤੀ ਜਾਂਦੀ ਹੈ ਕਿ ਇਸ ਬਹੁਗਿਣਤੀ ਨੂੰ ਕਦੇ ਵੀ ਘੱਟ ਗਿਣਤੀ ਵਿੱਚ ਨਾ ਲਿਆਂਦਾ ਜਾਵੇ। ਉਹਨੇ ਕਈ ਮਤਲਬ ਐਸੇ ਦਿੱਤੇ, ਉਹਨਾਂ ਦੇ ਮੁਸਲਮਾਨਾਂ ਦੇ ਹੱਕ ਦੇ ਕਾਨੂੰਨ ਬਣਾਏ ਮਤਲਬ ਅੰਗਰੇਜ਼ਾਂ ਨੇ, ਜਿਹਦੇ ਵਿੱਚ ਮੁਸਲਮਾਨਾਂ ਦੀ ਬਣੀ ਹੋਈ ਬਹੁਗਿਣਤੀ ਦੀ ਗਰੰਟੀ ਦਿੱਤੀ ਗਈ ਸੀ। ਮੁਸਲਮਾਨਾਂ ਨੂੰ ਭਾਵ ਕੇ ਪੰਜਾਬ ਦੀ ਬਹੁਗਿਣਤੀ ਆਬਾਦੀ ਮੰਨ ਲਿਆ ਗਿਆ ਸੀ। ਫਿਰ ਜਦੋਂ ਵੰਡ ਦਾ ਫੈਸਲਾ ਹੋਇਆ, ਫੈਸਲਾ ਇਹ ਹੋਇਆ ਕਿ ਡਿਸਟ੍ਰਿਕਟ ਪੱਧਰ ਤੇ ਜਿਹੜੇ ਡਿਸਟ੍ਰਿਕਟ ਦੇ ਵਿੱਚ ਮੁਸਲਮਾਨਾਂ ਦੀ ਬਹੁਤੀ ਆਬਾਦੀ ਹੋਏਗੀ ਉਹ ਪਾਕਿਸਤਾਨ ਵਿੱਚ, ਜਿਹੜੇ ਡਿਸਟ੍ਰਿਕਟ ਦੇ ਵਿੱਚ ਨਾਨ ਮੁਸਲਿਮ ਲੋਕਾਂ ਦੀ ਬਹੁਗਿਣਤੀ ਹੋਏਗੀ ਉਹ ਇੰਡੀਆ ਦੇ ਵਿੱਚ। ਪਾਕਿਸਤਾਨ ਦੀ ਮੁਸਲਿਮ ਆਬਾਦੀ ਇਤਨੀ ਜ਼ਿਆਦਾ ਸੀ ਕਿ ਜਿਹੜਾ ਪੰਜਾਬ ਹੁਣ ਪਾਕਿਸਤਾਨ 'ਚ ਗਿਆ, ਇਹ ਸਾਰਾ ਹੀ ਮੁਸਲਿਮ ਬਹੁਗਿਣਤੀ ਆਬਾਦੀ ਵਾਲਾ ਇਲਾਕਾ ਸੀ, ਸਾਰਾ ਹੀ। ਸਿੱਖਾਂ ਦੀ ਆਬਾਦੀ ਤਾਂ ਬਹੁਤ ਥੋੜੀ ਸੀ। ਸਿੱਖ ਤੇ ਹਿੰਦੂ ਰਲ ਕੇ ਦੋਨੇ ਤਾਂ ਜਾ ਕੇ ਮੁਸਲਮਾਨਾਂ ਦੇ ਬਰਾਬਰ ਜਾ ਕੇ ਹੁੰਦੇ ਸੀ, ਨਹੀਂ ਤਾਂ ਸਿੱਖਾਂ ਦੀ ਆਬਾਦੀ ਤਾਂ 13% 14% ਸੀ ਸਾਰੇ ਪੰਜਾਬ ਦੇ ਵਿੱਚ। ਲੇਕਿਨ ਜਿਹੜੀ ਜ਼ਮੀਨ ਸੀ, ਜ਼ਮੀਨ ਜ਼ਿਆਦਾ ਸੀ ਸਿੱਖਾਂ ਕੋਲ। ਲੈਲਪੁਰ, ਲਾਹੌਰ, ਆਪਣਾ ਸ਼ੇਖੂਪੁਰਾ, ਮਿੰਟਗੁਮਰੀ, ਜਿਹੜੇ ਇਹ 4 ਜ਼ਿਲ੍ਹੇ ਨੇ, ਲੈਲਪੁਰ, ਸ਼ੇਖੂਪੁਰਾ, ਲਾਹੌਰ ਤੇ ਇਹ ਮਿੰਟਗੁਮਰੀ, ਇਹਨਾਂ 4 ਜ਼ਿਲ੍ਹਿਆਂ ਦੇ ਵਿੱਚ 70% ਤੋਂ ਵੀ ਵੱਧ ਜ਼ਿਆਦਾ ਜ਼ਮੀਨ ਸਿੱਖਾਂ ਕੋਲੇ ਸੀ, 70% ਤੋਂ ਵੀ ਵੱਧ। ਲੇਕਿਨ ਆਬਾਦੀ ਥੋੜੀ ਸੀ, ਆਬਾਦੀ ਮੁਸਲਮਾਨਾਂ ਦੀ 65% ਤੋਂ ਵੀ ਉੱਤੇ ਸੀ ਇਹਨਾਂ ਜ਼ਿਲ੍ਹਿਆਂ ਦੇ ਵਿੱਚ। ਸੋ ਇਹ ਪਾਕਿਸਤਾਨ 'ਚ ਚਲੇ ਗਏ, ਜ਼ਮੀਨ ਸਾਰੀ ਛੱਡਣੀ ਪੈ ਗਈ। ਅਗਲੀ ਗੱਲ ਮੈਂ ਤੁਹਾਨੂੰ ਹੋਰ ਦੱਸ ਦਿਆਂ, ਪਾਕਿਸਤਾਨ ਦੇ ਵਿੱਚ ਜਿਹੜੇ ਸਾਡੇ ਸਿੱਖ ਜ਼ਮੀਨਾਂ ਛੱਡ ਕੇ ਆਏ, ਹਵੇਲੀਆਂ ਛੱਡ ਕੇ ਆਏ, ਪੱਕੇ ਮਕਾਨ ਛੱਡ ਕੇ ਆਏ,
ਮਤਲਬ ਜਿਹੜੇ ਢੱਠਿਆਂ ਵਰਗੇ ਬਲਦ ਸੀ, ਊਂਟ ਸਨ, ਮੱਝਾਂ ਸਨ, ਲਵੇਰੀਆਂ, ਫਸਲਾਂ ਖੜੀਆਂ ਸਨ, ਉਹਨਾਂ ਫਸਲਾਂ ਦੇ ਵਿੱਚ ਉੱਠ ਵੀ ਨਹੀਂ ਸੀ ਦੀਂਦਾ ਤੁਰਦਾ ਫਿਰਦਾ, ਉਹ ਛੱਡ ਕੇ ਆਏ। ਮਤਲਬ ਝੋਟੇ ਦੇ ਸਿਰ ਵਰਗੀਆਂ ਜ਼ਮੀਨਾਂ ਛੱਡ ਕੇ ਆਏ ਨੇ ਸਿੱਖ ਪਾਕਿਸਤਾਨ ਦੇ ਵਿੱਚ। ਇੱਧਰ ਜਿਹੜਾ ਪੂਰਬੀ ਪੰਜਾਬ ਦਾ ਮੁਸਲਮਾਨ ਸੀ ਉਹ ਗਰੀਬ ਸੀ, ਬਿਲਕੁਲ ਗਰੀਬ, ਲੇਬਰ ਕਲਾਸ ਸੀ, ਜ਼ਿਆਦਾ ਗਰੀਬ ਕਲਾਸ ਸੀ, ਕੱਚੇ ਘਰ ਸਨ। ਜਿਹਦੇ ਕੋਲੇ ਜ਼ਮੀਨ ਸੀ ਮਾੜੀ ਮੋਟੀ, ਉਹ ਜ਼ਮੀਨ ਕਰਦਾ ਨਹੀਂ ਸੀ, ਖੇਤੀ ਕਰਦਾ ਨਹੀਂ ਸੀ, ਹਿੱਸੇ ਵੱਟੇ ਤੇ ਦੇ ਦਿੰਦਾ ਸੀ ਉਹ। ਇਸ ਕਰਕੇ ਜਿਹੜੀ ਆਬਾਦੀ ਇਧਰੋਂ ਮੁਸਲਮਾਨਾਂ ਦੀ ਗਈ ਤਾਂ ਜ਼ਿਆਦੇ, ਇਧਰੋਂ ਮੁਸਲਮਾਨਾਂ ਦੀ ਆਬਾਦੀ, ਲੇਕਿਨ ਉਹ ਸਾਰੀ ਆਬਾਦੀ ਗਰੀਬ ਸੀ, ਕੱਚੇ ਘਰ ਸਨ, ਛੱਪਰਾਂ ਵਾਲੇ ਘਰ ਸਨ, ਬੰਜਰ ਜ਼ਮੀਨ ਸੀ, ਮਾਰੂ ਜ਼ਮੀਨ ਜ਼ਿਆਦਾ ਸੀ, ਕੋਈ ਤਕੜੀ ਜ਼ਮੀਨ ਨਹੀਂ ਸੀ ਇੱਥੇ। ਜਿਹੜੀ ਜ਼ਮੀਨ ਉਧਰ ਛੱਡ ਕੇ ਆਏ ਸਿੱਖ ਕਿਸਾਨ, ਉਹ ਝੋਟੇ ਦੇ ਸਿਰ ਵਰਗੀ ਸੀ, ਪੱਧਰ, ਮਰਬਿਆਂ ਦੇ ਮਰਬੇ ਜ਼ਮੀਨ ਦੇ ਸਨ, ਕਪਾਹਾਂ ਹੁੰਦੀਆਂ ਸਨ, ਮੱਕੀਆਂ ਹੁੰਦੀਆਂ ਸਨ, ਚਰੀਆਂ ਜਵਾਰਾਂ ਹੁੰਦੀਆਂ ਸਨ ਉੱਥੇ। ਮਤਲਬ ਐਸੀ ਕਮਾਲ ਦੀ ਖੇਤੀ, ਨਹਿਰੀ ਕਲੋਨੀਆਂ ਸਨ ਉਹ, ਨਹਿਰੀ ਬਸਤੀਆਂ। ਜਦੋਂ ਆਬਾਦੀਆਂ ਦਾ ਤਬਾਦਲਾ ਹੋਇਆ ਸੁਖਵਿੰਦਰ, ਤੁਹਾਨੂੰ ਮੈਂ ਦੱਸ ਦਿਆਂ ਗੱਲ, ਜਿਹੜੇ ਇਧਰੋਂ ਮੁਸਲਮਾਨ ਗਏ ਸੀ ਪੂਰਬੀ ਪੰਜਾਬ ਦੇ ਵਿੱਚੋਂ ਪਾਕਿਸਤਾਨ ਦੇ ਵਿੱਚ, ਉਹਨਾਂ ਨੂੰ ਮੱਲੋ ਮੱਲੀ ਉਧਰਲੀ ਸਰਕਾਰ ਨੇ ਪੱਕੇ ਮਕਾਨ ਦਿੱਤੇ, ਮੱਲੋ ਮੱਲੀ, ਕਿ ਸੰਭਾਲੋ ਇਹਨੂੰ, ਖਾਲੀ ਪਏ ਸੀ, ਇਹ ਕਲੇਮ ਵੀ ਨਹੀਂ ਸੀ ਕਰਦੇ ਕਿਉਂਕਿ ਇਹਦਾ ਗਰੀਬ ਲੋਕ ਸਨ। ਜ਼ਮੀਨਾਂ ਮੱਲੋ ਮੱਲੀ ਅਲਾਟ ਕੀਤੀਆਂ, ਇੰਨੀਆਂ ਜ਼ਮੀਨਾਂ ਖੁੱਲੀਆਂ ਰਹਿ ਗਈਆਂ ਸਨ ਉਧਰ ਪੱਛਮੀ ਪੰਜਾਬ ਦੇ ਵਿੱਚ। ਇੱਧਰ ਕੱਚੇ ਘਰ ਛੱਡ ਕੇ ਗਏ ਸੀ। ਮਤਲਬ ਉਹਨਾਂ ਲੋਕਾਂ ਨੂੰ, ਜਿਵੇਂ ਕਹਿੰਦੇ ਹੁੰਦੇ ਆ ਨਾ ਆਪਾਂ, ਕਿ ਰੱਬ ਜਦੋਂ ਦਿੰਦਾ ਹੈ ਤੇ ਛੱਪਰ ਫਾੜ ਕੇ ਦਿੰਦਾ ਹੈ, ਉਹਨਾਂ ਲੋਕਾਂ ਦੀਆਂ ਅੱਖਾਂ 'ਚ ਆ ਗਈਆਂ ਵੀ ਸਿੱਖ ਛੱਡ ਕੇ ਕਿੰਨਾ ਕੁਛ ਗਏ ਨੇ ਇੱਥੇ। ਮੱਝਾਂ ਲਵੇਰੀਆਂ, ਗਊਆਂ ਲਵੇਰੀਆਂ ਛੱਡ ਕੇ ਗਏ ਨੇ, ਬਲਦ ਛੱਡ ਕੇ ਗਏ ਨੇ ਢੱਠਿਆਂ ਵਰਗੇ, ਤੇ ਪੱਧਰ ਜ਼ਮੀਨਾਂ, ਮਰਬੇ ਦੇ ਮਰਬੇ ਛੱਡ ਕੇ ਗਏ ਨੇ ਜਿੱਥੇ ਫਸਲਾਂ ਖੜੀਆਂ ਨੇ। ਉਹ ਖੇਤੀ ਕਰਨ ਨੂੰ ਤਿਆਰ ਨਹੀਂ ਸੀ ਹੁੰਦੇ। ਪਾਕਿਸਤਾਨ ਦੀ ਗੌਰਮੈਂਟ ਕਹਿੰਦੀ ਸੀ ਜਿਹਨੂੰ ਜ਼ਮੀਨ ਅਲਾਟ ਹੋਈ ਆ ਉਹ ਖੇਤੀ ਕਰੇਗਾ। ਇੱਧਰ ਸਾਨੂੰ ਜ਼ਮੀਨ ਨਹੀਂ ਸੀ ਭਾਲੀ ਮਿਲਦੀ। ਜਿਹੜਾ ਉਧਰ 100 ਏਕੜ ਜ਼ਮੀਨ ਛੱਡ ਕੇ ਆਇਆ ਸੀ ਸਾਡਾ ਸਿੱਖ ਕਿਸਾਨ, ਉਹਨੂੰ ਇੱਧਰ ਆ ਕੇ ਚੌਥਾ ਹਿੱਸਾ ਮਸਾਂ ਚੌਥਾ ਹਿੱਸਾ ਜ਼ਮੀਨ ਦਾ ਮਿਲਿਆ ਸੀ। ਪੱਕੇ ਮਕਾਨ, ਹਵੇਲੀਆਂ ਛੱਡ ਕੇ ਆਏ ਸੀ, ਇੱਧਰ ਕੱਚੇ ਘਰਾਂ ਦੇ ਵਿੱਚ ਆ ਕੇ ਉਹਨਾਂ ਨੂੰ ਓਟ ਆਸਰਾ ਲੈਣਾ ਪਿਆ। ਇਹ ਰਿਜ਼ਲਟ ਸੀ ਪਾਕਿਸਤਾਨ ਤੇ ਹਿੰਦੁਸਤਾਨ ਦੀ ਵੰਡ ਦਾ। ਮੈਂ ਫੇਰ ਕਹਿਣਾ ਸੁਖਵਿੰਦਰ, ਇਹ ਹਿੰਦੁਸਤਾਨ ਦੀ ਵੰਡ ਨਹੀਂ ਸੀ, ਇਹ ਪੰਜਾਬ ਦੀ ਵੰਡ ਸੀ। ਵੰਡਿਆ ਪੰਜਾਬ ਗਿਆ, ਦੇਸ਼ ਦੋ ਬਣ ਗਏ, ਪਾਕਿਸਤਾਨ ਤੇ ਹਿੰਦੁਸਤਾਨ। ਵੰਡਿਆ ਪੰਜਾਬ ਗਿਆ, ਹਿੰਦੁਸਤਾਨ ਦਾ ਕੋਈ ਨੁਕਸਾਨ ਨਹੀਂ ਹੋਇਆ। ਜਿਹੜੇ ਦੂਜੇ ਸੂਬੇ ਸੀ ਪਾਕਿਸਤਾਨ ਦੇ ਪੰਜਾਬ ਤੋਂ ਇਲਾਵਾ, ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਨੁਕਸਾਨ ਪੰਜਾਬ ਦਾ ਹੋਇਆ ਇੱਥੇ, ਕਿਉਂਕਿ ਪੰਜਾਬ ਦੀ ਵੰਡ ਹੋਈ ਹੈ। ਪੰਜਾਬ ਖਤਮ ਹੋ ਗਿਆ। 1849 ਦੇ ਵਿੱਚ ਸਾਡੀ ਸੋਵਰੇਨਟੀ ਖਤਮ ਹੋਈ ਸੀ, 1947 ਦੇ ਵਿੱਚ ਅਸੀਂ ਪੰਜਾਬ ਖਤਮ ਕਰਾਤਾ। ਇਹ ਹਿੰਦੁਸਤਾਨ ਦੀ ਵੰਡ ਦਾ ਇਹ ਰਿਜ਼ਲਟ ਇਹ ਸੀ ਜੀ। ਅੱਗੇ ਮੇਰਾ ਪ੍ਰੋਫੈਸਰ ਸਾਹਿਬ ਆਖਰੀ ਸਵਾਲ ਹੈ, ਮੈਂ ਇਹਦੇ ਵਿੱਚ 2-3 ਸਵਾਲ ਹੋਰ ਜੋੜਾਂਗਾ ਕਿ ਇੱਕ ਤਾਂ ਇਸ ਵੰਡ ਲਈ ਜ਼ਿੰਮੇਵਾਰ ਕੌਣ ਸੀ। ਕਈ ਵਾਰੀ ਜਿਹੜੇ ਮਤਲਬ ਕਿ ਉਸ ਸਮੇਂ ਦੇ ਸਿੱਖ ਚਿਹਰੇ ਸੀ, ਉਹਨਾਂ ਦਾ ਨਾਮ ਵੀ ਲੈ ਦਿੱਤਾ ਜਾਂਦਾ ਕਿ ਉਹਨਾਂ ਨੇ ਉਸ ਵੇਲੇ ਸਿੱਖਾਂ ਦੇ ਨਾਲ ਜੇ ਖੜ ਕੇ ਉਸ ਪਾਸੇ ਵੱਲ ਨੂੰ ਤੁਰੇ ਹੁੰਦੇ ਕਿ ਸਾਨੂੰ ਸਾਡੇ ਹੱਕ ਕਿਸ ਤਰੀਕੇ ਨਾਲ ਮਿਲਣੇ ਨੇ, ਸਾਡੀ ਖੁਦ ਮੁਖਤਿਆਰੀ ਕਿਵੇਂ ਮਿਲਣੀ ਹੈ, ਤਾਂ ਅੱਜ ਗੱਲ ਕੁਝ ਹੋਰ ਹੋਣੀ ਸੀ। ਦੂਜਾ ਸਵਾਲ ਨਾਲੋਂ ਨਾਲ ਇਹ ਆ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਭਾਰਤ ਤੇ ਪਾਕਿਸਤਾਨ ਜਿਹੜੇ ਉਹ ਫੇਰ ਤੋਂ ਇਕੱਠੇ ਹੋ ਸਕਦੇ ਨੇ, ਜਾਂ ਫਿਰ ਇਹ ਸਦੀਵੀ ਹੋਈ ਹੈ ਕਿ ਇਹਨਾਂ ਨੇ ਵੱਖੋ ਵੱਖਰੇ ਰਹਿਣਾ? ਕਿਉਂਕਿ ਕਈ ਵਾਰੀ ਮੋਹਨ ਭਾਗਵਤ ਜਿਹੜੇ ਆਰਐਸਐਸ ਦੇ ਮੁਖੀ ਨੇ, ਉਹਨਾਂ ਦਾ ਬਿਆਨ ਵੀ ਧਿਆਨ ਵਿੱਚ ਆਉਂਦਾ। ਹਾਲਾਂਕਿ ਬੀਜੇਪੀ ਜਿਹੜੀ ਆ ਹੁਣ ਉਹ ਹਿੰਦੂ ਰਾਸ਼ਟਰ ਵੱਲ ਤੁਰੀ ਹੋਈ ਹੈ, ਪਰ ਜਦੋਂ ਮੋਹਨ ਭਾਗਵਤ ਇਹ ਗੱਲ ਕਹਿੰਦੇ ਨੇ ਕਿ ਅਸੀਂ ਅਖੰਡ ਭਾਰਤ ਚਾਹੁੰਦੇ ਹਾਂ, ਤਾਂ ਅਖੰਡ ਭਾਰਤ ਦਾ ਤਾਂ ਮਤਲਬ ਇਹੀ ਆ ਕਿ ਸਾਰਾ ਕੁਝ ਇਕੱਠਾ। ਸੁਖਵਿੰਦਰ, ਬਹੁਤ ਠੀਕ ਗੱਲਾਂ ਨੇ ਤੁਹਾਡੀਆਂ। ਪਹਿਲਾਂ ਮੈਂ ਪਹਿਲੀ ਗੱਲ ਦਾ ਜਵਾਬ ਦਿੱਤਾ, ਜ਼ਿੰਮੇਵਾਰ ਕੌਣ ਸੀ। ਦੇਖੋ, ਪਹਿਲੀ ਗੱਲ, ਸਿੱਖ ਲੀਡਰਸ਼ਿਪ ਪਾਕਿਸਤਾਨ ਤੇ ਹਿੰਦੁਸਤਾਨ ਦੀ ਵੰਡ ਦੀ ਜ਼ਿੰਮੇਵਾਰ ਨਹੀਂ ਸੀ। ਮੈਂ ਤੁਹਾਨੂੰ ਦੱਸ ਦਿਆਂ, ਸਿੱਖ ਲੀਡਰਸ਼ਿਪ ਜ਼ਿੰਮੇਵਾਰ ਨਹੀਂ ਸੀ। ਮੁਸਲਿਮ ਲੀਗ, ਇੰਡੀਅਨ ਨੈਸ਼ਨਲ ਕਾਂਗਰਸ, ਬ੍ਰਿਟਿਸ਼ ਗੌਰਮੈਂਟ ਅਤੇ ਅਗਲੀ ਧਿਰ ਸਿੱਖ ਕੌਮ ਦੀ, ਇਹਨਾਂ ਚਾਰੇ ਪਾਰਟੀਆਂ ਦੇ ਵਿੱਚੋਂ
ਜੇ ਕੋਈ ਧਿਰ ਪੰਜਾਬ ਦੀ ਵੰਡ ਨੂੰ ਰੋਕਣ ਤੇ ਅੜੀ ਹੋਈ ਸੀ, ਉਹ ਸਭ ਤੋਂ ਪਹਿਲੀ ਧਿਰ ਸਿੱਖ ਲੀਡਰਸ਼ਿਪ ਸੀ। ਸਿੱਖ ਲੀਡਰਸ਼ਿਪ ਦਾ ਸਟੈਂਡ ਹੋਰ ਭਾਵੇਂ ਕੋਈ ਹੋਵੇ ਭਾਵੇਂ ਨਾ ਬਣਿਆ ਹੋਵੇ, ਲੇਕਿਨ ਇਹ ਸਟੈਂਡ ਪੱਕਾ ਸੀ ਕਿ ਪੰਜਾਬ ਦੀ ਵੰਡ ਨਹੀਂ ਹੋਣੀ ਚਾਹੀਦੀ, ਕਿਉਂਕਿ ਪੰਜਾਬ ਦੀ ਵੰਡ ਕਿਸੇ ਵੀ ਤਰੀਕੇ ਨਾਲ ਸਿੱਖਾਂ ਦੇ ਹੱਕ ਵਿੱਚ ਨਹੀਂ ਸੀ ਜਾ ਸਕਦੀ, ਕਿਸੇ ਵੀ ਤਰੀਕੇ ਨਾਲ। ਤੁਸੀਂ ਕਹੋਗੇ ਕਿਉਂ ਨਹੀਂ ਸੀ ਜਾ ਸਕਦੀ? ਸਾਰਿਆਂ ਦੇ ਹੱਕ 'ਚ ਗਈ ਹੈ, ਸਿੱਖਾਂ ਦੇ ਹੱਕ 'ਚ ਕਿਉਂ ਨਹੀਂ ਸੀ ਜਾ ਸਕਦੀ? ਨਹੀਂ ਜਾ ਸਕਦੀ ਸੀ ਬਿਲਕੁਲ, ਕਿਉਂਕਿ ਜਿਹੜੀ ਸਿੱਖ ਆਬਾਦੀ ਸੀ ਪੰਜਾਬ ਦੇ ਵਿੱਚ, ਸਾਂਝੇ ਪੰਜਾਬ ਦੇ ਵਿੱਚ, ਉਹ ਸਾਰੇ ਪੰਜਾਬ ਦੇ ਵਿੱਚ ਖਿੰਡੀ ਹੋਈ ਸੀ। ਸਾਰੇ ਪੰਜਾਬ 'ਚ ਆਬਾਦੀ ਥੋੜੀ ਸੀ, ਆਬਾਦੀ 13-14% ਸੀ ਸਾਰੀ, ਲੇਕਿਨ ਖਿੰਡੀ ਹੋਈ ਸੀ ਉਹ ਸਾਰੇ ਪੰਜਾਬ ਦੇ ਵਿੱਚ। ਸਮਝ ਲਓ ਕਿ ਤੁਸੀਂ ਜਿਹੜੀ ਸਰਹੱਦ ਹੁਣ ਕਾਇਮ ਕੀਤੀ ਹੋਈ ਹੈ ਵਾਹਗਾ ਬਾਰਡਰ ਦੀ, ਤੁਸੀਂ ਮੋਟੇ ਜਿਹੇ ਹਿਸਾਬ ਨਾਲ ਕਹਿ ਸਕਦੇ ਹੋ ਕਿ ਅੱਧੀ ਸਿੱਖ ਆਬਾਦੀ ਉਧਰਲੇ ਪਾਸੇ ਸੀ, ਅੱਧੀ ਸਿੱਖ ਆਬਾਦੀ ਇਧਰਲੇ ਪਾਸੇ ਸੀ। ਹੁਣ ਜੇ ਉਹਨਾਂ ਆਬਾਦੀਆਂ ਨੇ ਉੱਥੇ ਹੀ ਬੈਠੇ ਰਹਿਣਾ ਸੀ ਵੰਡ ਕਰਨ ਤੋਂ ਬਾਅਦ, ਤਾਂ ਵੀ ਸਿੱਖਾਂ ਦੀ ਕੋਈ ਵੈਲਿਊ ਨਹੀਂ ਸੀ ਪੈਣੀ। ਇਹ ਤਾਂ ਪਹਿਲਾਂ ਹੀ ਥੋੜੇ ਸੀ, ਤੇ ਵੰਡ ਦੇ ਪਿੱਛੋਂ ਇਹ ਅੱਧੋ ਅੱਧ ਹੋ ਜਾਣਗੇ, ਫੇਰ ਹੋਰ ਵੀ ਗਿਣਤੀ ਘਟ ਜਾਏਗੀ, ਇਹਨਾਂ ਦੀ ਅਹਿਮੀਅਤ ਘਟ ਜਾਏਗੀ ਪੋਲੀਟੀਕਲੀ। ਸੋ ਜੇ ਆਬਾਦੀਆਂ ਦਾ ਤਬਾਦਲਾ ਹੋਣਾ ਸੀ ਤੇ ਅੱਧੀ ਕੌਮ ਨੇ ਉੱਜੜਨਾ ਸੀ, ਭਾਵੇਂ ਆਬਾਦੀਆਂ ਦੀ ਵੰਡ ਕਿਸੇ ਤਰੀਕੇ ਨਾਲ ਵੀ ਹੁੰਦੀ, ਅੱਧੀ ਕੌਮ ਨੇ ਤਾਂ ਉੱਜੜਨਾ ਸੀ। ਸੋ ਸਿੱਖ ਲੀਡਰਸ਼ਿਪ ਪਹਿਲਾਂ ਇਸ ਗੱਲ ਤੇ ਅੜੀ ਰਹੀ ਕਿ ਹਿੰਦੁਸਤਾਨ ਇੱਕ ਰਹੇ। ਇਹ ਸਿਰਫ ਇਕੱਲੀ ਸਿੱਖ ਲੀਡਰਸ਼ਿਪ ਸੀ ਜਿਹੜੀ ਹਿੰਦੁਸਤਾਨ ਨੂੰ ਇਕੱਠੇ ਰੱਖਣ ਤੇ ਅੜੀ ਹੋਈ ਸੀ, ਕਿਉਂਕਿ ਇਹਨਾਂ ਨੂੰ ਪਤਾ ਸੀ ਕਿਸੇ ਵੀ ਤਰੀਕੇ ਨਾਲ ਵੰਡ ਸਾਡੇ ਹੱਕ 'ਚ ਨਹੀਂ ਜਾਏਗੀ। ਲੇਕਿਨ ਮੁਸਲਿਮ ਲੀਗ ਦੀ ਅੜੀ ਬਹੁਤ ਕਸੂਤੀ ਫਸੀ ਹੋਈ ਸੀ। ਉਹ ਕਹਿ ਰਹੀ ਸੀ ਵੀ ਮੁਸਲਮਾਨ ਕਿਉਂਕਿ ਅਲੱਗ ਕੌਮ ਨੇ, ਦੂਜੀ ਕੌਮ ਹੈ ਹਿੰਦੁਸਤਾਨ ਦੇ ਵਿੱਚ, ਪਹਿਲੀ ਕੌਮ ਹਿੰਦੂ ਹੈ, ਅਸੀਂ ਹਿੰਦੂਆਂ ਨਾਲ ਤਾਂ ਮਿਲਦੇ ਜੁਲਦੇ ਹੈ ਹੀ ਨਹੀਂ, ਸਾਡੇ ਲਈ ਵੱਖਰਾ ਮੁਲਕ ਚਾਹੀਦਾ ਹੈ। ਵੱਖਰਾ ਮੁਲਕ ਭਾਈ ਤਾਂ ਹੀ ਹੋਊਗਾ ਜੇ ਜਾਂ ਤਾਂ ਕਿਸੇ ਤਰੀਕੇ ਨਾਲ ਸਾਰੇ ਦਾ ਸਾਰਾ ਪੰਜਾਬ ਉਧਰ ਚਲਿਆ ਜਾਂਦਾ, ਕਿਸੇ ਨਾ ਕਿਸੇ ਤਰੀਕੇ ਨਾਲ, ਤਾਂ ਸਾਰੇ ਸਿੱਖਾਂ ਨੇ ਉੱਜੜਨ ਤੋਂ ਬਚਣਾ ਸੀ। ਪਰ ਜੇ ਉਧਰ ਚਲਿਆ ਜਾਂਦਾ, ਮਤਲਬ ਇਹ ਗੱਲਾਂ ਸੋਚਣ ਵਾਲੀਆਂ ਨੇ, ਬਹੁਤ ਬਹੁਤ ਗੰਭੀਰ ਗੱਲਾਂ ਨੇ। ਫਿਰ ਸਿੱਖਾਂ ਦਾ ਕੋਈ ਬੰਦੋਬਸਤ ਮੁਸਲਮਾਨ ਕੰਟਰੀ ਦੇ ਵਿੱਚ ਕੋਈ ਸਾਹਮਣੇ ਨਜ਼ਰ ਨਹੀਂ ਸੀ ਆ ਰਿਹਾ। ਅੰਗਰੇਜ਼ ਜਿਹੜੇ ਅਫਸਰ ਸਨ, ਵਾਇਸਰਾਏ ਤੋਂ ਲੈ ਕੇ ਪੰਜਾਬ ਦੇ ਗਵਰਨਰ ਤੱਕ, ਉਹ ਚਾਹੁੰਦੇ ਸੀ ਕਿ ਸਿੱਖ ਕਿਸੇ ਨਾ ਕਿਸੇ ਤਰੀਕੇ ਨਾਲ ਮੁਸਲਿਮ ਲੀਗ ਨਾਲ ਕੋਈ ਨਾ ਕੋਈ ਐਗਰੀਮੈਂਟ ਕਰ ਲੈਣ, ਪੋਲੀਟੀਕਲ ਐਗਰੀਮੈਂਟ ਕਰ ਲੈਣ, ਤਾਂ ਕਿ ਪੰਜਾਬ ਦੀ ਵੰਡ ਨਾ ਹੋਵੇ। ਇਹ ਅੰਗਰੇਜ਼ਾਂ ਦੀ ਕੋਸ਼ਿਸ਼ ਸੀ। ਸਿੱਖ ਵੀ ਚਾਹੁੰਦੇ ਸੀ, ਪਰ ਜਦੋਂ ਸਿੱਖ ਦੂਜੇ ਪਾਸੇ ਦੇਖਦੇ ਸੀ ਕਿ ਅਗਰ ਮੁਸਲਿਮ ਕੰਟਰੀ ਦੇ ਵਿੱਚ ਅਸੀਂ ਰਹਾਂਗੇ, ਸਾਡੀ ਤਾਂ ਜਿਹੜੀ ਪਹਿਲਾਂ ਹਿਸਟੋਰੀਕਲ ਲੜਾਈਆਂ ਰਹੀਆਂ ਨੇ ਉਹ ਵੀ ਮੁਸਲਮਾਨਾਂ ਨਾਲ ਹੁੰਦੀਆਂ ਰਹੀਆਂ ਨੇ, ਤੇ ਐਸਾ ਨਾ ਹੋਵੇ ਕਿ ਪਾਕਿਸਤਾਨ ਬਣਨ ਤੋਂ ਬਾਅਦ ਵੀ ਸਾਡੀ ਲੜਾਈ ਉਵੇਂ ਜਿਵੇਂ ਹੁੰਦੀ ਰਹੇ, ਕਿਉਂਕਿ ਆਪਸ ਵਿੱਚ ਕੋਈ ਮੇਲ ਮਿਲਾਪ ਤਾਂ ਹੈ ਹੀ ਨਹੀਂ ਸੀ ਕੋਈ। ਸਿੱਖਾਂ ਤੇ ਮੁਸਲਮਾਨਾਂ ਦਾ ਤਾਂ ਕੋਈ ਹਿਸਟਰੀ ਦੇ ਵਿੱਚ ਮੇਲ ਮਿਲਾਪ ਰਹੇ ਹੀ ਨਹੀਂ। ਸੋ ਸਿੱਖ ਲੀਡਰਸ਼ਿਪ ਲਈ ਇਹ ਬਹੁਤ ਵੱਡਾ ਇਮਤਿਹਾਨ ਸੀ ਕਿ ਭਾਈ ਅਸੀਂ ਪਾਕਿਸਤਾਨ ਵਿੱਚ ਤਾਂ ਰਹਿਣ ਦੇ ਸਾਡੇ ਜਜ਼ਬਾਤ ਮੰਨਦੇ ਨਹੀਂ, ਸਾਡੇ ਜਜ਼ਬਾਤ ਹੀ ਨਹੀਂ ਮਿਲ ਰਹੇ। ਮੁਸਲਮਾਨ ਆਬਾਦੀ ਦੇ ਵਿੱਚ ਘੱਟ ਗਿਣਤੀ ਬਣ ਕੇ ਰਹਿਣਾ, ਅੱਛਾ ਸਾਰਾ ਪੰਜਾਬ ਇੱਧਰ ਆ ਨਹੀਂ ਸੀ ਸਕਦਾ ਹਿੰਦੁਸਤਾਨ ਦੇ ਵਿੱਚ, ਕਿਉਂਕਿ ਬਹੁਤ ਤਕੜੀ ਆਬਾਦੀ 65% ਆਬਾਦੀ ਵਾਲਾ ਪੰਜਾਬ ਉਧਰ ਗਿਆ, 65% ਆਬਾਦੀ ਵਾਲਾ ਮੁਸਲਿਮ ਆਬਾਦੀ ਵਾਲਾ ਪੰਜਾਬ ਉਧਰ ਗਿਆ। ਐਡੀ ਵੱਡੀ ਆਬਾਦੀ ਨੂੰ ਇੱਧਰ ਨਹੀਂ ਸੀ ਕਨਵਰਟ ਕੀਤਾ ਜਾ ਸਕਦਾ ਹਿੰਦੁਸਤਾਨ ਦੇ ਵਿੱਚ। ਸੋ ਅਲਟੀਮੇਟਲੀ ਨਾ ਇੰਡੀਅਨ ਨੈਸ਼ਨਲ ਕਾਂਗਰਸ ਨੇ ਕੋਸ਼ਿਸ਼ ਕੀਤੀ ਹੈ ਸਾਰੇ ਹਿੰਦੁਸਤਾਨ ਨੂੰ ਇਕੱਠਾ ਰੱਖਣ ਦੀ, ਕੋਈ ਕੋਸ਼ਿਸ਼ ਨਹੀਂ ਕੀਤੀ। ਪਹਿਲਾਂ ਮਹਾਤਮਾ ਗਾਂਧੀ ਕਹਿੰਦਾ ਰਿਹਾ, ਪਹਿਲਾਂ ਨਹਿਰੂ ਵੀ ਕਹਿੰਦਾ ਰਿਹਾ, ਪਹਿਲਾਂ ਲੇਕਿਨ ਜਦੋਂ ਦੇਖਿਆ ਕਿ ਮੁਸਲਿਮ ਲੀਗ ਆਪਦੀ ਅੜੀ ਤੇ ਪੂਰੀ ਜਿੱਦ ਕਰੀ ਬੈਠੀ ਹੈ ਕਿ ਅਸੀਂ ਤਾਂ ਕੰਟਰੀ ਲੈਣਾ ਹੀ ਲੈਣਾ ਹੈ ਆਪਦਾ, ਅਸੀਂ ਹਿੰਦੁਸਤਾਨ 'ਚ ਰਹਿਣਾ ਹੀ ਨਹੀਂ, ਤੇ ਫਿਰ ਇਹਨਾਂ ਨੇ ਵੀ ਕਹਿਤਾ ਓਕੇ ਤੁਸੀਂ ਭਾਈ ਇਹਨਾਂ ਨੂੰ ਮੁਸਲਿਮ ਕੰਟਰੀ ਦੇ ਦਿਓ, ਹਿੰਦੁਸਤਾਨ ਨੂੰ ਸਾਡੇ ਹਵਾਲੇ ਕਰ ਦਿਓ।
ਮਨ ਉਹ ਇੱਕਦਮ ਮੰਨ ਗਏ। ਅਗਰ ਇੰਡੀਅਨ ਨੈਸ਼ਨਲ ਕਾਂਗਰਸ ਨੇ ਸਿੰਸੀਅਰਲੀ ਕੋਸ਼ਿਸ਼ ਕੀਤੀ ਹੁੰਦੀ ਹਿੰਦੁਸਤਾਨ ਨੂੰ ਇੱਕ ਰੱਖਣ ਦੀ, ਇਹ ਵੰਡ ਟਾਲੀ ਜਾ ਸਕਦੀ ਸੀ। ਤੋ ਇਹਦੇ ਲਈ ਮੈਂ ਸਮਝਦਾ ਸਿੱਖ ਤਾਂ ਉਦੋਂ ਤਿਆਰ ਹੋਏ ਨੇ ਪੰਜਾਬ ਦੀ ਵੰਡ ਕਰਾਉਣ ਨੂੰ ਜਦੋਂ ਕੋਈ ਚਾਰਾ ਇਹਨਾਂ ਦੇ ਹੱਥ ਪੱਲੇ ਨਹੀਂ ਰਿਹਾ, ਜਦੋਂ ਕੋਈ ਆਲਟਰਨੇਟਿਵ ਇਹਨਾਂ ਦੇ ਸਾਹਮਣੇ ਨਹੀਂ ਰਿਹਾ। ਫਿਰ ਸਿੱਖ ਵੀ ਕਹਿੰਦੇ, ਸਿੱਖਾਂ ਨੇ ਵੀ ਕਹਿਤਾ ਓਕੇ ਜੀ ਪੰਜਾਬ ਦੀ ਵੰਡ ਕਰ ਲਓ। ਪੰਜਾਬ ਦੀ ਵੰਡ ਦਾ ਜੋ ਨੁਕਸਾਨ ਹੋਇਆ, ਜੋ ਭਾਰੀ ਤੋਂ ਭਾਰੀ ਮਤਲਬ ਭੈੜੀਆਂ ਗੱਲਾਂ ਸਾਹਮਣੇ ਆਈਆਂ ਨੇ, ਉਹ ਸਿੱਖਾਂ ਵਾਸਤੇ ਹੀ ਨੇ, ਕਿਸੇ ਹਿੰਦੂ ਵਾਸਤੇ ਕੋਈ ਉਹ ਨੁਕਸਾਨ ਨਹੀਂ ਹੋਇਆ, ਕਿਸੇ ਮੁਸਲਮਾਨ ਤੇ ਵਾਸਤੇ ਨੁਕਸਾਨ ਨਹੀਂ ਹੋਇਆ। ਸੋ ਜੇ ਇਹਦੇ ਲਈ ਕੋਈ ਜ਼ਿੰਮੇਵਾਰ ਹੈ, ਬ੍ਰਿਟਿਸ਼ ਗਵਰਨਮੈਂਟ ਜ਼ਿੰਮੇਵਾਰ ਹੈ, ਮੁਸਲਿਮ ਲੀਗ ਜ਼ਿੰਮੇਵਾਰ ਹੈ, ਤੀਜੇ ਨੰਬਰ ਤੇ ਇੰਡੀਅਨ ਨੈਸ਼ਨਲ ਕਾਂਗਰਸ ਜ਼ਿੰਮੇਵਾਰ ਹੈ, ਜਿਨ੍ਹਾਂ ਨੇ ਕਦੇ ਵੀ ਗੰਭੀਰਤਾ ਨਾਲ ਹਿੰਦੁਸਤਾਨ ਨੂੰ ਇੱਕ ਰੱਖਣ ਦੀ ਕੋਸ਼ਿਸ਼ ਨਹੀਂ ਕੀਤੀ। ਸਿੱਖ ਇਹਦੇ ਲਈ ਜ਼ਿੰਮੇਵਾਰ ਨਹੀਂ ਹੈਗੇ। ਸਿੱਖ ਤਾਂ ਇਹ ਸ਼ਿਕਾਰ ਹੋ ਗਏ ਇਸ ਵੰਡ ਦਾ। ਜੇ ਕੋਈ ਇਸ ਵੰਡ ਦਾ ਸ਼ਿਕਾਰ ਹੋਇਆ ਨਾ ਕੋਈ ਕੌਮ, ਉਹ ਸਿੱਖ ਕੌਮ ਹੋਈ ਹੈ ਔਰ ਭੁਗਤ ਰਹੀ ਹੈ। ਅਗਲੀ ਗੱਲ ਕਿ ਕੀ ਇਹ ਤਿੰਨੇ ਇਹ ਮੁਲਕ ਹੁਣ ਇਕੱਠੇ ਹੋ ਸਕਦੇ ਨੇ ਦੁਬਾਰਾ? ਦੇਖੋ ਸੁਖਵਿੰਦਰ, ਦੂਜੇ ਮਹਾਯੁੱਧ ਦੇ ਪਿੱਛੋਂ ਜਰਮਨੀ ਵੰਡਿਆ ਗਿਆ ਸੀ, ਬੜੀ ਅਹੀਜੂਈ ਵੰਡ ਸੀ ਉਹ, ਜਿਹੀ ਜੀ ਪਾਕਿਸਤਾਨ ਤੇ ਹਿੰਦੁਸਤਾਨ ਦੀ ਹੋਈ ਹੈ। ਲੇਕਿਨ ਤੁਹਾਡੇ ਸਾਹਮਣੇ ਹੈ ਕਿ ਜਰਮਨੀ ਦੀ ਵੰਡ ਵੀ ਖਤਮ ਹੋ ਗਈ। ਉਹ ਦੀਵਾਰ ਜਿਹੜੀ ਪੱਕੀ ਦੀਵਾਰ ਕੱਢੀ ਸੀ, ਇੱਥੇ ਤਾਂ ਪੱਕੀ ਦੀਵਾਰ ਕੱਢੀ ਨਹੀਂ ਸੀ। ਹਿੰਦੁਸਤਾਨ ਤੇ ਪਾਕਿਸਤਾਨ ਦੇ ਵਿਚਕਾਰ, ਜਰਮਨੀ ਦੇ ਵਿਚਕਾਰ, ਈਸਟ ਜਰਮਨੀ ਤੇ ਵੈਸਟ ਜਰਮਨੀ ਦੇ ਵਿਚਕਾਰ ਪੱਕੀ ਕੰਧ ਕੱਢੀ ਹੋਈ ਸੀ, ਪੱਕੀ, ਉਹ ਵੀ ਉੱਚੀ ਬਹੁਤ, ਤਾਂ ਕਿ ਪੌੜੀਆਂ ਤੇ ਚੜ੍ਹ ਕੇ ਵੀ ਉਹ ਦੂਜੇ ਪਾਸੇ ਨਾ ਦੇਖ ਸਕਣ। ਕਿੰਨੀ ਪਾਏਦਾਰ ਵੰਡ ਕੀਤੀ ਸੀ ਜਰਮਨੀ ਦੀ। ਲੇਕਿਨ ਸੁਖਵਿੰਦਰ, ਇਤਿਹਾਸ ਨੇ ਉਹਨੂੰ ਵੀ ਫੇਲ ਕਰਤਾ। ਉਹ ਵੰਡ ਖਤਮ ਹੋ ਗਈ, ਦੀਵਾਰ ਢਾਤੀ, ਦੋਨਾਂ ਪਾਸਿਆਂ ਨੇ ਦੀਵਾਰ ਢਾਤੀ। ਉਹ ਈਸਟ ਜਰਮਨੀ ਵਾਲਿਆਂ ਨੇ ਵੀ, ਵੈਸਟ ਜਰਮਨੀ ਵਾਲਿਆਂ ਨੇ ਵੀ। ਲੇਕਿਨ ਮੈਂ ਸਮਝਦਾ ਈਸਟ ਜਰਮਨੀ ਦੀ ਵੰਡ ਖਤਮ ਹੋ ਸਕਦੀ ਹੈ, ਹੋਰ ਕਿਸੇ ਕੰਟਰੀ ਦੀ ਵੰਡ ਖਤਮ ਹੋ ਸਕਦੀ ਹੈ, ਹਿੰਦੁਸਤਾਨ ਤੇ ਪਾਕਿਸਤਾਨ ਦੀ ਵੰਡ ਖਤਮ ਨਹੀਂ ਹੋ ਸਕਦੀ। ਕਿਉਂਕਿ ਦੋਨਾਂ ਫਿਰਕਿਆਂ ਦੇ ਵਿੱਚ, ਉਧਰ ਫਿਰਕੇ ਅਲੱਗ-ਅਲੱਗ ਨਹੀਂ ਸਨ ਜਰਮਨੀ ਦੇ ਵਿੱਚ। ਉਹ ਜਰਮਨ ਲੋਕ ਸਾਰੇ, ਆਬਾਦੀ ਜਰਮਨ ਲੋਕਾਂ ਦੀ ਹੀ ਸੀ। ਉਹ ਫਿਰਕਿਆਂ ਦੀ ਵੰਡ ਨਹੀਂ ਸੀ, ਉਹ ਜਗਰਾਫੀਕਲ ਵੰਡ ਸੀ। ਇੱਥੇ ਫਿਰਕਿਆਂ ਦੀ ਵੰਡ ਕੀਤੀ ਹੈ ਅੰਗਰੇਜ਼ ਹਕੂਮਤ ਨੇ, ਫਿਰਕਿਆਂ ਦੀ ਵੰਡ ਕੀਤੀ। ਉਧਰ ਮੁਸਲਮਾਨ ਨੇ, ਇੱਧਰ ਗੈਰ ਮੁਸਲਮਾਨ ਨੇ। ਸੋ ਜਿਹੜੀ ਇਹ ਵੰਡ ਹੈ ਫਿਰਕਿਆਂ ਦੀ, ਇਹ ਜਜ਼ਬਾਤੀ ਤੌਰ ਤੇ ਸਾਂਝ ਪੈਣ ਨਹੀਂ ਦੇਵੇਗੀ। ਜੇ ਆਪਾਂ ਜਗਰਾਫੀਕਲੀ ਦੇਖੀਏ ਫਿਰ ਇਕੱਠੇ ਹੋਣ 'ਚ ਫਾਇਦਾ ਹੈ, ਕਿਉਂਕਿ ਜਗਰਾਫੀਕਲੀ ਦੋਨਾਂ ਮੁਲਕਾਂ ਦੇ ਲੋਕਾਂ ਨੂੰ ਹੀ ਫਾਇਦਾ ਹੈ ਜੇ ਇਹ ਸਾਂਝੀ ਮਾਰਕੀਟ ਰੱਖਣਗੇ, ਆਉਣ ਜਾਣਗੇ। ਲੇਕਿਨ ਜਿਹੜੀ ਫਿਰਕਿਆਂ ਦੀ ਵੰਡ ਹੈ ਇਹ ਖਤਮ ਨਹੀਂ ਹੋਏਗੀ। ਜੇ ਕਿਤੇ ਅੱਜ, ਮੈਂ ਨਹੀਂ ਚਾਹੁੰਦਾ ਕਿ ਇਕੱਠੇ ਹੋਣ, ਮੈਂ ਨਹੀਂ ਚਾਹੁੰਦਾ ਕਿ ਬੰਗਲਾਦੇਸ਼, ਪਾਕਿਸਤਾਨ ਤੇ ਹਿੰਦੁਸਤਾਨ ਇਕੱਠੇ ਹੋਣ, ਵੈਸੇ ਹਿੰਦੂ ਵੀ ਨਹੀਂ ਚਾਹੁੰਗੇ, ਪਰ ਉਸ ਇਕੱਠੇ ਹੋਣ ਦਾ ਮੈਂ ਤੁਹਾਨੂੰ ਅਖੀਰ ਦੀਆਂ 2-3 ਲਾਈਨਾਂ ਦੇ ਵਿੱਚ ਮੈਂ ਤੁਹਾਨੂੰ ਦੱਸ ਦਿਆਂ। ਅਗਰ ਪਾਕਿਸਤਾਨ, ਹਿੰਦੁਸਤਾਨ ਤੇ ਬੰਗਲਾਦੇਸ਼ ਇਕੱਠੇ ਹੁੰਦੇ ਨੇ, ਸਭ ਤੋਂ ਵੱਧ ਫਾਇਦਾ ਮੁਸਲਮਾਨਾਂ ਨੂੰ ਹੋਏਗਾ। ਕਿਉਂਕਿ ਅੱਜ ਵੀ ਹਿੰਦੁਸਤਾਨ ਦੇ ਵਿੱਚ ਪਾਕਿਸਤਾਨ ਅਤੇ ਬੰਗਲਾਦੇਸ਼ ਜਿੰਨੀ ਜਿਹੜੀ ਆਬਾਦੀ ਹੈ ਨਾ ਮੁਸਲਮਾਨਾਂ ਦੀ, ਉਨੀ ਹੀ ਆਬਾਦੀ ਹਿੰਦੁਸਤਾਨ 'ਚ ਬੈਠੀ ਹੈ। ਅਗਰ ਇਹ ਮਹਾਸੰਘ ਬਣ ਜਾਵੇ ਨਾ ਪਾਕਿਸਤਾਨ, ਹਿੰਦੁਸਤਾਨ ਤੇ ਬੰਗਲਾਦੇਸ਼ ਦਾ, ਮੁਸਲਮਾਨਾਂ ਦੀ ਆਬਾਦੀ ਇੱਥੇ 50 ਕਰੋੜ ਤੋਂ ਵੀ ਟੱਪ ਸਕਦੀ ਹੈ। ਤਿੱਗਣੀ, ਉਹਨਾਂ ਦੀ ਤਿੱਗਣੀ ਪਾਵਰ ਹੋ ਸਕਦੀ ਹੈ, ਚੌਗੁਣੀ, 4 ਗੁਣਾ ਜ਼ਿਆਦਾ ਪਾਵਰ ਵੱਧ ਸਕਦੀ ਹੈ। ਉਹ ਹਿੰਦੁਸਤਾਨ ਨੂੰ ਪੂਰੀ ਤਰ੍ਹਾਂ ਕਾਬੂ ਕਰ ਸਕਦੇ ਨੇ। ਇਸ ਕਰਕੇ ਇਸ ਰੀਯੂਨੀਫਿਕੇਸ਼ਨ ਨੂੰ ਨਾ ਹਿੰਦੂ ਤਿਆਰ ਹੋਵੇਗਾ, ਨਾ ਕੋਈ ਹੋਰ, ਮਤਲਬ ਹਿੰਦੂ ਤਿਆਰ ਨਹੀਂ ਹੋਵੇਗਾ ਹਿੰਦੁਸਤਾਨ ਦਾ। ਪਾਕਿਸਤਾਨ ਦਾ ਮੁਸਲਮਾਨ ਤਿਆਰ ਹੋ ਸਕਦਾ ਹੈ, ਬੰਗਲਾਦੇਸ਼ ਦਾ ਮੁਸਲਮਾਨ ਤਿਆਰ ਹੋ ਸਕਦਾ ਹੈ, ਹਿੰਦੁਸਤਾਨ ਦਾ ਮੁਸਲਮਾਨ ਤਿਆਰ ਹੋ ਸਕਦਾ ਹੈ, ਈਵਨ ਸਿੱਖ ਵੀ ਤਿਆਰ ਹੋ ਸਕਦੇ ਨੇ, ਲੇਕਿਨ ਹਿੰਦੂ ਤਿਆਰ ਨਹੀਂ ਹੋਣਗੇ। ਸੋ ਇਹ ਮੈਨੂੰ ਲੱਗਦਾ ਨਹੀਂ ਕਿ ਇਹਦੀ ਜਿਹੜੀ ਯੂਨੀਫਿਕੇਸ਼ਨ ਹੈ ਕੋਈ ਦੁਬਾਰਾ ਇਹਦੀ ਹੋ ਸਕੇਗੀ ਜਾਂ ਨਹੀਂ, ਕਿਉਂਕਿ ਅਸੀਂ ਧਰਮ ਦੇ ਆਧਾਰ ਤੇ ਵੰਡੇ ਹੋਏ ਹਾਂ, ਜਿਓਗ੍ਰਾਫਿਕਲੀ ਨਹੀਂ ਵੰਡੇ ਹੋਏ ਹੈਗੇ ਜੀ। ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ, ਬਹੁਤ ਬਹੁਤ ਧੰਨਵਾਦ। ਸੋ ਮੇਰੇ ਨਾਲ ਮੌਜੂਦ ਸਨ ਉੱਘੇ ਇਤਿਹਾਸਕਾਰ ਪ੍ਰੋਫੈਸਰ ਸੁਖਦਿਆਲ ਸਿੰਘ। ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਸਵਾਲਾਂ ਨੂੰ ਤੁਹਾਡੇ ਸਨਮੁਖ ਲਿਆਂਦਾ ਜਾਵੇ ਜਿਨ੍ਹਾਂ ਦੇ ਜਵਾਬ ਤੁਸੀਂ ਵੀ ਤਲਾਸ਼ ਰਹੇ ਹੋ, ਤਾਂ ਕਿ ਇਤਿਹਾਸ ਦੇ ਬਾਰੇ ਪਤਾ ਲੱਗ ਸਕੇ ਕਿ ਆਖਿਰਕਾਰ ਵੰਡ ਕਿਸ ਆਧਾਰ ਤੇ ਹੋਈ,
ਜਦੋਂ ਇਧਰੋਂ ਉਧਰੋਂ ਭੜਕਾਹਟ ਪੈਦਾ ਕੀਤੀ ਜਾਂਦੀ ਹੈ ਕਿ ਜੀ ਸ਼ਾਇਦ ਪਾਕਿਸਤਾਨ ਨੇ ਪਹਿਲ ਕੀਤੀ ਜਾਂ ਭਾਰਤ ਨੇ ਪਹਿਲ ਕੀਤੀ ਜਾਂ ਕਿਸ ਨੇ ਕੀਤੀ, ਇਸ ਤਰ੍ਹਾਂ ਦੇ ਸਵਾਲ ਉੱਠਦੇ ਨੇ, ਤਾਂ ਉਹਨਾਂ ਦੇ ਜਵਾਬ ਜਿਹੜੇ ਨੇ ਉਹ ਤੁਹਾਡੇ ਕੋਲ ਵੀ ਹੋਣੇ ਲਾਜ਼ਮੀ ਨੇ ਕਿ ਤੁਹਾਨੂੰ ਪਤਾ ਲੱਗੇ ਕਿ ਇਤਿਹਾਸ ਕੀ ਕਹਿੰਦਾ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਤੇ ਫੋਲੋ ਕਰੋ, ਇਸ ਚਰਚਾ ਨੂੰ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ। ਮੈਨੂੰ ਇਜਾਜ਼ਤ ਦਿਓ। ਧੰਨਵਾਦ।